ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਫਿਰ ਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਏ। ਬੇਸ਼ੁਮਾਰ ਅਥਾਹ ਗਣਤ ਤੁਲੇ, ਜਿਉ ਬੁਲਾਵੇ ਤਿਉ ਨਾਨਕ ਦਾਸ ਬੋਲੇ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤਤ ਹੀ ਸਤ ਸੰਗਤ ਸੰਗ, ਸੋ ਰੰਗ ਰਤੇ ਜਸ ਗਾਵਤ ਹੈ। ਧਰਮ ਪੰਥ ਧਰਿਓ ਧਰਮ ਧਾਰੇ ਆਪ, ਰਹੇ ਲਿਵ ਧਾਰ ਨਾ ਧਾਵਤ ਹੈ। ਮਥੁਰਾ ਭਨ ਭਾਗ ਭਲੇ ਉਨਕੇ, ਮਨ ਇਛਤ ਹੀ ਫਲ ਪਾਵਤ ਹੈ। ਰੱਬ ਕੀ ਸੁਧ ਕੋ ਤਿਨ ਤਰਾਸ ਕਹਾ, ਜੋ ਚਰਨ ਗੁਰੂ ਜਿਤ ਲਾਵਤ ਹੈ। ਮਥੁਰਾ ਭਨ ਭਾਗ ਭਲੇ ਉਨਕੇ, ਮਨ ਇਛਤ ਹੀ ਫਲ ਪਾਵਤ ਹੈ। ਰੱਬ ਕੀ ਸੁਧ ਕੋ ਤਿਨ ਤਰਾਸ ਕਹਾ, ਜੋ ਚਰਨ ਗੁਰੂ ਚਿਤ ਲਾਵਤ ਹੈ। ਸੰਤਤ ਹੀ ਸਤ ਸੰਗਤ ਸੰਗ, ਸੋ ਰੰਗ ਰਤੇ ਜਸ ਗਾਵਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਿਓ ਚਵਰ ਸ਼ਬਦ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਸਰਬ ਸਾਂਝੀ ਵਾਲਤਾ ਦੇ ਪੈਗੰਬਰ, ਦੀਨ ਦੁਨੀ ਦੇ ਰਾਖੇ, ਮੁਕਤਾ ਦੇ ਸਾਂਝੇ ਰਹਿਬਰ, ਗੁਰਦਾ ਗੱਦੀ ਦੇ ਸੁਭਾਈਮਾਨ, ਹਾਲਤ ਪਲਤ ਕੇ ਰੱਖਿਅਕ, ਸਰਬ ਸੁਖਾਂ ਕੇ ਦਾਤੇ ਸੁਆਮੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਮਾਈ ਭਾਈ ਗੁਰਦੁਆਰਾ ਸਿੰਘ ਸ਼ਹੀਦ
ਸ਼ਹੀਦਾਂ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਵਡਭਾਗੇ ਹੋ, ਉੱਤਮ ਕਰਮਾਂ ਵਾਲੇ ਹੋ, ਜਿਨ੍ਹਾਂ ਨੂੰ ਗੁਰੂ ਗੋਦੀ ਅੰਦਰ ਬੈਠ ਕੇ ਗੁਰੂ ਗੋਦੀ ਦਾ ਨਿੱਘ ਮਾਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਰੱਬੀ ਗੁਰਬਾਣੀ ਦੇ ਨਿਤਨੇਮ ਆਪ ਜੀਆਂ ਨੇ ਸਰਵਣ ਕੀਤੇ ਹਨ। ਨਾਸਾ ਜੀ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਉੱਥੇ ਨਾਲ ਹੀ ਚੱਲ ਰਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ, ਗੁਰ ਸ਼ਬਦ ਵਿਚਾਰ, ਬ੍ਰਹਮ ਵਿਚਾਰ, ਸਭ ਤੇ ਉਤਮ ਹਰ ਕੀ ਕਥਾ। ਇਸ ਭਾਗ ਸਮਾਂ ਵੀ ਆਪਾਂ ਸਾਰਿਆਂ ਨੂੰ ਨਸੀਬ ਹੋਇਆ। ਆਓ ਇਸ ਮਿਲੇ ਹੋਏ ਸਮੇਂ ਨੂੰ ਗੁਰੂ ਜਸ ਕਾਇਮ ਕਰਕੇ, ਗੁਰੂ ਦੀ ਕੀਰਤੀ ਕਰਕੇ, ਗੁਰੂ ਸ਼ਬਦ ਦੀ ਵਿਚਾਰ ਕਰਕੇ, ਜਿਤਨੀ ਸਤਿਗੁਰਾਂ ਨੇ ਮਤ ਸਮਤ ਬਖਸ਼ੀ ਹੈ, ਆਪਣੇ ਜੀਵਨ ਜ਼ਿੰਦਗੀ ਦੀਆਂ ਘੜੀਆਂ ਪਲਾਂ ਨੂੰ ਸਫਲ ਕਰਨ ਦਾ ਯਤਨ ਕਰੀਏ। ਜਿੰਨਾ ਸਮਾਂ ਬੈਠਣਾ ਹੈ, ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਬੈਠਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਗੁਰਬਾਣੀ ਦਾ ਸਾਰਾ ਉਪਦੇਸ਼ ਮਨ ਨੂੰ ਹੈ। ਤੇ ਮਨ ਦਾ ਸੁਭਾਅ ਹੈ, ਜਦੋਂ ਕੋਈ ਚੰਗੀ ਗੱਲ ਇਹਦੇ ਸਾਹਮਣੇ ਆਉਂਦੀ ਹੈ, ਗੁਰੂ ਦਾ ਉਪਦੇਸ਼ ਸੁਣਨ ਦਾ ਸਮਾਂ ਆਉਂਦਾ ਹੈ, ਬਾਣੀ ਪੜ੍ਹਨ ਸੁਣਨ ਦਾ ਸਮਾਂ ਆਉਂਦਾ, ਉਦੋਂ ਇਹ ਦੌੜ ਜਾਂਦਾ, ਉਦੋਂ ਹਾਜ਼ਰ ਨਹੀਂ ਰਹਿੰਦਾ। ਕਿਉਂਕਿ ਸ਼ੈਤਾਨ ਬਹੁਤ ਹੈ, ਮਨ ਸ਼ਰਾਰਤੀ ਬਹੁਤ ਹੈ। ਇਹਨੂੰ ਇਹ ਹੈ ਕਿ ਜੇ ਗੁਰੂ ਦਾ ਉਪਦੇਸ਼ ਸੁਣ ਲਿਆ ਫਿਰ ਮੰਨਣਾ ਵੀ ਪਏਗਾ, ਜੇ ਮੰਨ ਲਿਆ ਫਿਰ ਕਮਾਉਣਾ ਵੀ ਪਏਗਾ, ਜੇ ਕਮਾ ਲਿਆ ਫਿਰ ਮੇਰੀ ਮਰਜ਼ੀ ਖਤਮ ਹੋ ਜਾਣੀ ਹੈ, ਫਿਰ ਤਾਂ ਗੁਰੂ ਦੀ ਮਰਜ਼ੀ ਮੁਤਾਬਕ ਹੀ ਚੱਲਣਾ ਪਏਗਾ, ਫਿਰ ਤਾਂ ਗੁਰੂ ਦੀ ਮੱਤ ਅਨੁਸਾਰ ਹੀ ਚੱਲਣਾ ਪਏਗਾ। ਇਸ ਲਈ ਇਨਸਾਨ ਨੂੰ ਬਹੁਤੀ ਵਾਰ ਇਕੱਲਾ ਤਨ ਤਾਂ ਬੈਠਾ ਰਹਿੰਦਾ, ਮਨ ਦੌੜ ਜਾਂਦਾ। ਬਾਣੀ ਪੜ੍ਹਨ ਲੱਗਿਆ ਵੀ, ਬਾਣੀ ਸੁਣਨ ਲੱਗਿਆ ਵੀ। ਇਸੇ ਕਰਕੇ 99% ਹੀ ਹਰ ਇੱਕ ਜਗਿਆਸੂ ਦਾ ਹੀ ਸਵਾਲ ਹੁੰਦਾ, ਜਦੋਂ ਬਾਣੀ ਪੜ੍ਹਦਿਆਂ ਮਨ ਨਹੀਂ ਲੱਗਦਾ, ਜਦੋਂ ਬਾਣੀ ਸੁਣਦਿਆਂ ਮਨ ਨਹੀਂ ਲੱਗਦਾ, ਕਥਾ ਕੀਰਤਨ ਸੁਣਦਿਆਂ ਮਨ ਨਹੀਂ ਲੱਗਦਾ। ਮੈਂ ਇਹ ਵੀ ਬੇਨਤੀ ਕਰਾਂ ਕਿ ਮਨ ਲੱਗਣਾ ਤਾਂ ਫਲ ਹੁੰਦਾ, ਮਨ ਲੱਗ ਜਾਣਾ ਤਾਂ ਫਲ ਮਿਲ ਗਿਆ ਸਾਨੂੰ। ਪਹਿਲਾਂ ਬੀਜ ਬੀਜਦਿਆਂ ਫਲ ਬਾਅਦ ਵਿੱਚ ਮਿਲਦਾ। ਮਹਾਰਾਜ ਨੇ ਤਾਂ ਹੀ ਕਿਹਾ, ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ। ਅਸੀਂ ਪਹਿਲਾਂ ਫਲ ਮੰਗਦੇ ਹਾਂ, ਬੀਜ ਬਾਅਦ ਵਿੱਚ ਬੀਜਣਾ ਚਾਹੁੰਦੇ ਹਾਂ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ ਹੁੰਦਾ। ਜੇ ਸੰਸਾਰੀ ਤੌਰ ਤੇ ਬੀਜ ਪਹਿਲਾਂ, ਇਨਵੈਸਟਮੈਂਟ ਪਹਿਲਾਂ, ਫਲ ਬਾਅਦ ਵਿੱਚ ਹੈ, ਫਿਰ ਧਰਮ ਦੀ ਦੁਨੀਆ ਵਿੱਚ ਵੀ ਇਸ ਗੱਲ ਨੂੰ ਸਮਝ। ਪਹਿਲਾਂ ਬੀਜ ਬੀਜਦਿਆਂ ਜਿਸ ਦਿਨ ਮਨ ਲੱਗ ਗਿਆ, ਫਿਰ ਸਮਝ ਲਈ ਤੈਨੂੰ ਫਲ ਮਿਲ ਗਿਆ। ਅਸੀਂ ਸੋਚਦੇ ਹਾਂ ਵੀ ਪਹਿਲਾਂ ਮਨ ਲੱਗੇ ਫਿਰ ਬਾਣੀ ਪੜ੍ਹੀਏ, ਪਹਿਲਾਂ ਮਨ ਲੱਗੇ ਫਿਰ ਸਿਮਰਨ 'ਚ ਬੈਠੀਏ। ਜੇ ਮਨ ਲੱਗੇ ਹੀ ਹੋਇਆ ਫਿਰ ਤਾਂ ਲੋੜ ਹੀ ਨਹੀਂ, ਫਿਰ ਤਾਂ ਹਰ ਵੇਲੇ ਉਹਦੇ ਯਾਦ ਵਿੱਚ ਚੱਲਦਾ ਰਹੇਗਾ। ਮਨ ਲੱਗ ਜਾਏ, ਇਸੇ ਕਰਕੇ ਉਦਮ ਕਰਨਾ ਹੈ। ਮਨ ਜੁੜ ਜਾਏ, ਇਸੇ ਕਰਕੇ ਅਸੀਂ ਯਤਨ ਕਰ ਰਹੇ ਹਾਂ। ਮਨ ਇਕਾਗਰਤਾ ਵਿੱਚ ਆ ਜਾਏ, ਮਨ ਤੋਂ ਜੋਤ ਸਰੂਪ ਹੈ, ਆਪਣੇ ਜੋਤ ਸਰੂਪ ਨੂੰ ਪਹਿਚਾਣ ਲੈ। ਕਹੋ ਕਬੀਰ ਤੂੰ ਰਾਮ ਕੀ ਅੰਸ਼, ਜਿਸ ਪ੍ਰਮਾਤਮਾ ਦੀ ਅੰਸ਼ ਹਾਂ ਉਧਰ ਨੂੰ ਤੁਰ ਪਏ, ਉੱਥੋਂ ਤੱਕ ਪਹੁੰਚ ਜਾਏ, ਉਹਦੇ ਤੱਕ ਪਹੁੰਚ ਜਾਏ, ਉਹਦੇ ਵਿੱਚ ਅਭੇਦ ਹੋ ਜਾਏ। ਇਸੇ ਕਰਕੇ ਅਸੀਂ ਇਹ ਕੋਸ਼ਿਸ਼ਾਂ ਕਰ ਰਹੇ ਹਾਂ। ਇਸੇ ਕਰਕੇ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ, ਬਾਣੀ ਪੜ੍ਹੀ ਜਾ ਰਹੀ ਹੈ, ਸੇਵਾ ਸਿਮਰਨ ਦਾ ਉਪਦੇਸ਼ ਦਿੱਤਾ ਜਾ ਰਿਹਾ, ਤਾਂ ਕਿ ਮਨ ਲੱਗ ਜਾਏ, ਮਨ ਜੁੜ ਜਾਏ। ਔਰ ਮੈਂ ਨਾਲੇ ਵੀ ਬੇਨਤੀ ਕਰਾਂਗਾ, ਜਦੋਂ ਅਸੀਂ ਸਿਮਰਨ ਕਰਨਾ ਹੈ, ਬਾਣੀ ਪੜ੍ਹਨੀ ਆ, ਇਹ ਨਹੀਂ ਮਨ 'ਚ ਖਿਆਲ ਹੋਣਾ ਚਾਹੀਦਾ ਕਿ ਕੀ ਬਣੇਗਾ। ਸਿਮਰਨ ਕਰਨਿਆ ਪਤਾ ਨਹੀਂ ਕੁਛ ਬਣੇਗਾ ਵੀ ਜਾਂ ਨਹੀਂ, ਸਿਮਰਨ ਕਰਨਿਆ ਕੁਛ ਮਿਲੂਗਾ ਜਾਂ ਪਤਾ ਨਹੀਂ। ਇਹ ਮਨ ਦੀ ਦੁਵਿਧਾ ਨਹੀਂ ਹੋਣੀ ਚਾਹੀਦੀ। ਸਾਡਾ ਕੰਮ ਸਿਮਰਨ ਕਰਨਾ ਹੈ। ਸਿਮਰਨ ਕਰਕੇ, ਬਾਣੀ ਪੜ੍ਹ ਕੇ ਪਰਮਾਤਮਾ ਦੇ ਹਵਾਲੇ ਕਰਨਾ। ਜਿੰਨਾ ਕੁ ਵੀ ਕਰਨਾ ਹੈ ਉਹ ਸਾਰਾ ਕੁਛ ਪਰਮਾਤਮਾ ਨੂੰ ਸੌਂਪ ਦਿਓ। ਅਸੀਂ ਉਹਦਾ ਫੈਸਲਾ ਆਪਣਾ ਕਰੀਏ ਕਿ
ਕੀ ਮਿਲੇਗਾ, ਕਦੋਂ ਮਿਲੇਗਾ, ਕੀ ਬਣੇਗਾ, ਕੁਛ ਕੁ ਨਹੀਂ ਬਣੇਗਾ। ਇੱਕ ਵਚਨ ਬੜੀ ਵਾਰ ਤੁਸੀਂ ਸੁਣਿਆ ਹੋਵੇਗਾ, ਘਾਲ ਨਾ ਮਿਲਿਓ, ਸੇਬ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਈ ਲੋਕ ਇਹਦੇ ਅਰਥ ਇਹ ਕਰਦੇ ਆ ਵੀ ਕੋਈ ਘਾਲਣਾ ਦੀ, ਕੋਈ ਸੇਵਾ ਦੀ ਲੋੜ ਨਹੀਂ, ਉਹ ਅਚਨਚੇਤ ਮਿਲ ਪੈਂਦਾ। ਨਹੀਂ, ਮਹਾਰਾਜ ਦੱਸ ਕਹਿੰਦੇ ਉਦਮ ਕਰਿੰਦੇ ਆ ਜੀ, ਉਹ ਤੂੰ ਕਮਾਵਦਿਆਂ ਸੁਖ ਪਹੁੰਚੇ। ਇੱਥੇ ਉਦਮ ਕਰਨ ਦੀ ਬਾਤ ਹੈ, ਫਿਰ ਵਿਹਲੇ ਰਹਿਣ ਦੀ ਗੱਲ ਤਾਂ ਨਹੀਂ ਨਾ। ਸੰਸਾਰਕ ਤੌਰ ਤੇ ਵੀ ਮਹਾਰਾਜ ਨੇ ਕਿਰਤ ਨੂੰ ਪ੍ਰਧਾਨਤਾ ਦਿੱਤੀ ਹੈ, ਧਰਮ ਦੀ ਦੁਨੀਆ ਵਿੱਚ ਵੀ ਕਿਹਾ ਯਤਨ ਕਰ, ਕੋਸ਼ਿਸ਼ ਕਰ, ਤੁਰ। ਇੱਕ ਕਦਮ ਪੱਟ, ਮੈਂ ਕਈ ਕਦਮ ਅੱਗੋਂ ਲੈਣ ਵਾਸਤੇ ਆਵਾਂ। ਇਹਦੇ ਅਰਥ ਇਹ ਬਣਦੇ ਆ ਵੀ ਜਦੋਂ ਸਿਮਰਨ ਕਰ ਰਹੇ ਹੋ, ਸੇਵਾ ਕਰ ਰਹੇ ਹੋ, ਉਦੋਂ ਇਸ ਗੱਲ ਦੀ ਚਿੰਤਾ ਛੱਡੋ ਵੀ ਉਹ ਮਿਲੂਗਾ ਜਾਂ ਨਹੀਂ ਮਿਲੂਗਾ। ਇਸ ਗੱਲ ਦੀ ਚਿੰਤਾ ਮਨ ਵਿੱਚੋਂ ਕੱਢਦੀ ਹੈ ਕਿ ਉਹ ਫਲ ਦੇਗਾ ਜਾਂ ਨਹੀਂ ਦੇਗਾ। ਬਹੁਤੀ ਵਾਰ ਤਾਂ ਅਸੀਂ ਕੋਈ ਨਾ ਕੋਈ ਦੁਨਿਆਵੀ ਡਿਮਾਂਡ ਰੱਖ ਕੇ ਸੇਵਾ ਤੇ ਸਿਮਰਨ ਕਰ ਰਹੇ ਹਾਂ ਨਾ। ਬਹੁਤਾਤ ਇਹੀ ਹੁੰਦਾ, ਕੋਈ ਉਹਦੇ ਪਿੱਛੇ ਦੁਨਿਆਵੀ ਮੰਗ ਖੜੀ ਹੁੰਦੀ ਹੈ, ਫਿਰ ਉਹਦੇ ਲਈ ਵੀ ਮਨ ਵਿੱਚ ਇਹ ਚਿੰਤਾ ਬਣੀ ਰਹਿੰਦੀ ਹੈ ਵੀ ਕਰਦਾ ਰਿਹਾ, ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ। ਮੈਂ ਸਵੇਰੇ ਉੱਠ ਕੇ ਨਾ ਪਾਠ ਕਰਦਾ, ਪਤਾ ਨਹੀਂ ਕੁਛ ਮਿਲਣਾ ਜਾਂ ਨਹੀਂ ਮਿਲਣਾ। ਮੈਂ ਹਰ ਰੋਜ਼ ਗੁਰੂ ਘਰ ਵੀ ਜਾਣਾ, ਪਤਾ ਨਹੀਂ ਕੁਛ ਮਿਲਣਾ ਜਾਂ ਨਹੀਂ ਮਿਲਣਾ। ਮੈਂ ਤਾਂ ਇੰਨੀ ਸੇਵਾ ਵੀ ਕਰ ਰਿਹਾ, ਪਤਾ ਨਹੀਂ ਕੋਈ ਪ੍ਰਾਪਤੀ ਹੋਣੀ ਹੈ ਜਾਂ ਨਹੀਂ ਹੋਣੀ। ਮਹਾਰਾਜ ਕਹਿੰਦੇ ਇਸ ਗੱਲ ਦੀ ਚਿੰਤਾ ਛੱਡ ਵੀ ਕੁਛ ਮਿਲਣਾ ਜਾਂ ਨਹੀਂ ਮਿਲਣਾ, ਇਹ ਨਿਰਣਾ ਅਸੀਂ ਨਹੀਂ ਕਰਨਾ। ਸਾਨੂੰ ਗੁਰੂ ਨੇ ਕਿਹਾ ਸੇਵਾ ਤੇ ਸਿਮਰਨ ਕਰ, ਬਾਣੀ ਪੜ੍ਹ, ਬਾਣੀ ਸੁਣ, ਕਥਾ ਕੀਰਤਨ ਨਾਲ ਜੁੜ। ਇਹ ਗੱਲ ਪ੍ਰਮਾਤਮਾ ਤੇ ਗੁਰੂ ਤੇ ਛੱਡ ਦੋ ਕਿ ਪਾਤਸ਼ਾਹ ਜਿਉਂ ਭਾਵੇਂ ਤਿਉਂ ਰੱਖ ਲੈ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਿਵੇਂ ਤੈਨੂੰ ਭਾਉਂਦਾ, ਜਿਵੇਂ ਤੈਨੂੰ ਚੰਗਾ ਲੱਗਦਾ, ਤੁਸੀਂ ਬਿਹਤਰ ਜਾਣਦੇ ਹੋ ਕਿ ਮੈਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ, ਉਹ ਤੁਸੀਂ ਵੇਖ ਕੇ ਦਿਓ। ਤੇ ਜੇ ਕੋਈ ਸੰਸਾਰ ਦੀ ਮੰਗ ਤੋਂ ਬਿਨਾਂ ਹੀ ਅਸੀਂ ਸਿਮਰਨ ਨਾਲ ਜੁੜਾਂਗੇ, ਨਾਮ ਨਾਲ ਜੁੜਾਂਗੇ, ਫਿਰ ਮਹਾਰਾਜ ਸਾਹਿਬ ਤਾਂ ਵੀ ਕਹਿ ਰਹੇ ਸੇਵਾ ਕਰਦ ਹੋਏ ਨਿਹਕਾਮੀ। ਸੇਵਾ ਕਰਦਿਆਂ, ਸਿਮਰਨ ਕਰਦਿਆਂ ਜਿਹੜਾ ਨਿਹਕਾਮੀ ਕੋਈ ਕਾਮਨਾ ਰਹਿਤ ਹੋ ਕੇ ਕਰੇ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੈ, ਉਹਨਾਂ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੈ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਹੜੇ ਸੰਸਾਰ ਦੀ ਕੋਈ ਵੀ ਇੱਛਾ ਤੋਂ ਬਿਨਾਂ ਉਹਦਾ ਸਿਮਰਨ ਕਰਨ, ਸਿਰਫ ਉਹਨੂੰ ਮਿਲਣ ਵਾਸਤੇ ਕਰਨ, ਸਿਰਫ ਉਸ ਗੁਰੂ ਤੱਕ ਪਹੁੰਚਣ ਲਈ ਸਿਮਰਨ ਕਰਨ, ਗੁਰੂ ਤੱਕ ਆਪਣਾ ਆਪ ਉਹਦੇ ਵਿੱਚ ਗਵਾਉਣ ਵਾਸਤੇ ਕਰਨ। ਜਿਵੇਂ ਬੀਜ ਧਰਤੀ ਦੇ ਵਿੱਚ ਜਾ ਕੇ ਹੀ ਆਪਣਾ ਆਪ ਗਵਾ ਕੇ ਫਲ ਤੱਕ ਪਹੁੰਚਦਾ। ਕੋਈ ਇਨਸਾਨ ਬੀਜ ਨੂੰ ਹੱਥ ਵਿੱਚ ਰੱਖ ਕੇ ਕਹੀ ਜਾਵੇ ਕੋਈ ਫਲ ਲੱਗੇ ਨਹੀਂ ਲੱਗਣਾ, ਉਹ ਕਹੇਗਾ, ਸਿਆਣਾ ਪੁੱਛਦਾ ਹੀ ਕਹੇਗਾ ਇਹਨੂੰ ਜ਼ਮੀਨ ਦੇ ਹਵਾਲੇ ਕਰ, ਇਸ ਬੀਜ ਨੂੰ ਧਰਤੀ ਦੇ ਹਵਾਲੇ ਕਰ, ਫਿਰ ਤੈਨੂੰ ਫਲ ਸਹਿਤ ਵਾਪਸ ਕਰੇਗੀ, ਆਪਣੇ ਹੱਥ ਚੋਂ ਛੱਡ। ਇਸੇ ਲਈ ਸੇਵਾ ਤੇ ਸਿਮਰਨ ਵੀ ਅਸੀਂ ਕਰਕੇ ਗੁਰੂ ਦੇ ਹਵਾਲੇ ਕਰ ਦਈਏ, ਗੁਰੂ ਫਲ ਸਹਿਤ। ਸਾਨੂੰ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਜਿਤ ਲਾਏ, ਮਨ ਚਿੰਦਿਆ ਫਲ ਪਾਵਣਾ। ਹਉਮੈ ਵਿੱਚੋਂ ਜਾਏ, ਉਹ ਫਲ ਸਹਿਤ ਸਾਨੂੰ ਸਾਰਾ ਕੁਝ ਵਾਪਸ ਕਰੇਗਾ, ਔਰ ਕਈ ਗੁਣਾ ਕਰਕੇ ਵਾਪਸ ਕਰੇਗਾ। तो महाराज साहब ये भी कह रहे हैं, सेवा ते सिमरन का विषय बड़ा लंबेरा है, बहुत गहर गंभीर है। कहने को बड़े दो ही शब्द ने, हर कोई कह लेता है, पर इसकी व्याख्या बहुत लंबी है। गुरु ग्रंथ साहब की बाणी ये आले दुआले घूम रही है। भाई साहब, भाई गुरदास साहब जे किसी गुरसिख का जीवन दस रहे हैं, किसी भी सिख की परिभाषा दे रहे हैं, किसी भी संत भगत की गल कर रहे हैं, तो वो सेवा ते सिमरन का गुण जरूर आएगा। वो निमरता की गल होएगी, वो परोपकार की गल होएगी, वो सद्भावना की गल होएगी, वो समदृष्टि दृष्टि की गल जरूर की होएगी। जदों भी किसी गुरमुख प्यारे का जिक्र कर, धन गुरु ग्रंथ साहब पातशाह के अंदर भी जिन्ना गुरमुख जना के जीवन आए, दो तरह के भगत गुरु ग्रंथ साहब विच। एक वो भगत ने जिन्हों ने बाणी उचारी है, 15 भगत साहबान। एक भगत वो ने जिन्हों ने बाणी नहीं उचारी, लेकिन उन्होंने उदाहरण दित्तियां गईयां। उन्होंने उदाहरण देख के सानू समझाया गया, भाई जिवें ये जप गए, जिवें ये ध्या गए, जिस दृढ़ता जिस भावना नाल इन्हां ने जपया गए, सेविया गए, तुसीं भी इवें जप लो। जे ये जप के परमात्मा तक पहुंच गए, जे ये जप के परमात्मा का रूप हो गए, तुसीं भी इस सिद्ध दृढ़ता भावना नाल जपो, एक दिन तुसीं भी उहदे तक पहुंचोगे।
ਤੁਸੀਂ ਵੀ ਪਰਮਾਤਮਾ ਤੱਕ ਤੁਹਾਡੀ ਰਸਾਈ ਹੋਏਗੀ। ਉਹਨਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ। ਕਹਿਣ ਤੋਂ ਭਾਵ ਜਾਂ ਉਹਨਾਂ ਨੇ ਸੇਵਾ ਕੀਤੀ ਹੈ ਜਾਂ ਸਿਮਰਨ, ਜਾਂ ਦੋਵੇਂ ਗੁਣ ਨਾਲ ਲੈ ਕੇ ਚੱਲੇ। ਧੰਨ ਧੰਨ ਬਾਬਾ ਬੁੱਢਾ ਸਾਹਿਬ ਦਾ ਸਾਰਾ ਜੀਵਨ 113 ਸਾਲ ਸੇਵਾ ਤੇ ਸਿਮਰਨ ਦੇ ਨਾਲ ਭਰਿਆ ਹੋਇਆ। ਇੱਕ ਇੱਕ ਰੋਮ ਉਹਨਾਂ ਦਾ ਸੇਵਾ ਤੇ ਸਿਮਰਨ ਵਿੱਚ ਨਿਪੁੰਨ ਹੈ। ਤਾਂ ਮਹਾਰਾਜ ਕਹਿੰਦੇ ਸੇਵਾ ਕਰਨੀ ਹੈ, ਉਹ ਵੀ ਜਦੋਂ ਸੰਗਤ ਬਹੁਤੀ ਇਕੱਠੀ ਹੋਵੇ ਉਦੋਂ ਸੇਵਾ ਕਰਨ ਦਾ ਆਨੰਦ ਕੁਛ ਵੱਖਰਾ ਹੁੰਦਾ ਹੈ। ਪਹਿਲੀ ਗੱਲ, ਉਦੋਂ ਮਨ 'ਚ ਹੰਕਾਰ ਨਹੀਂ ਹੁੰਦਾ। ਔਰ ਸੇਵਾ ਦੀ ਦੂਸਰੀ ਗੱਲ ਇਹ ਜ਼ਰੂਰੀ ਹੁੰਦੀ ਹੈ ਕਿ ਸਮਾਂ ਤੈਅ ਨਹੀਂ, ਸੇਵਾ ਲਈ ਜਗ੍ਹਾ ਤੈਅ ਨਹੀਂ। ਸੇਵਾ ਲਈ ਇੱਕ ਤੋਂ ਕਈ ਵਧੀਕ ਸਰੀਰਾਂ ਦੀ ਵੀ ਲੋੜ ਪੈ ਸਕਦੀ ਹੈ। ਹੁਣ ਕਿਸੇ ਨੂੰ ਰਾਤ ਨੂੰ 12 ਵਜੇ ਤੁਹਾਡੀ ਲੋੜ ਹੈ, ਉਹ 10-20 ਕਿਲੋਮੀਟਰ ਤੇ ਹੈ, ਠੰਡ ਹੋਵੇ, ਮੀਂਹ ਹੋਵੇ, ਹਨੇਰੀ, ਗਰਮੀ, ਸਰਦੀ, ਜਿਹੋ ਜਿਹਾ ਮਰਜ਼ੀ ਮੌਸਮ, ਜੇ ਸੇਵਾ ਦਾ ਗੁਣ ਸਾਡੇ ਕੋਲ ਆ ਫਿਰ ਤਾਂ ਜਾਣਾ ਪਏ। ਸੇਵਾ ਕਈ ਵਾਰ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਕੇ ਕੀਤੀ ਜਾਂਦੀ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਸਿਮਰਨ ਹੈ, ਨਾਮ ਜਪਣਾ, ਇਹਦੇ ਵਿੱਚ ਨਾ ਤਾਂ ਕਿਸੇ ਦੀ ਲੋੜ ਹੈ, ਨਾ ਕੋਈ ਵਿਸ਼ੇਸ਼ ਜਗ੍ਹਾ ਦੀ ਲੋੜ ਹੈ। ਤੇ ਜਿੱਥੇ ਬੈਠਾ, ਜਦੋਂ ਬੈਠਾ, ਜਿਸ ਵੇਲੇ ਵੀ ਤੈਨੂੰ ਯਾਦ ਆਵੇ ਉਸੇ ਵੇਲੇ ਬੈਠ ਜਾ। ਕੱਲਾ ਹੀ ਤੂੰ ਉਸ ਪਰਮਾਤਮਾ ਦਾ ਸਿਮਰਨ ਕਰਕੇ ਉਸ ਪਰਮਾਤਮਾ ਨਾਲ ਸਾਂਝ ਪਾ ਸਕਦਾ। ਪਰ ਮਹਾਰਾਜ ਸਾਹਿਬ ਕਹਿ ਰਹੇ ਆ, ਕੱਲਾ ਕਈ ਵਾਰ ਜਪਦਾ ਜਪਦਾ ਇਨਸਾਨ ਦਾ ਮਨ ਵਿੱਚ ਇਸ ਗੱਲ ਦਾ ਮਾਣ ਵੀ ਹੋਣ ਲੱਗ ਜਾਂਦਾ ਕਿ ਮੈਂ ਸਿਮਰਨ ਬਹੁਤ ਕਰਨ ਲੱਗ ਪਿਆ, ਮੈਂ ਤਾਂ ਬਾਣੀ ਬਹੁਤ ਪੜ੍ਹਨ ਲੱਗ ਪਿਆ, ਮੇਰਾ ਤਾਂ ਨੇਮ ਹੀ ਬੜਾ ਵੱਧ ਗਿਆ, ਮੈਂ ਤਾਂ ਸਵੇਰੇ 2 ਵਜੇ ਉੱਠਦਾ। ਕਈ ਵਾਰ ਉਹ ਗੱਲਾਂ ਆਪਣੇ ਨਾਲ ਜੋੜ ਕੇ ਵੇਖਣ ਲੱਗ ਪੈਂਦਾ ਤੇ ਉਹ ਜਿਹੜਾ ਸਿਮਰਨ ਦਾ ਹੰਕਾਰ ਹੋਣਾ ਸ਼ੁਰੂ ਹੋ ਜਾਂਦਾ, ਬਾਣੀ ਪੜ੍ਹਨ ਦਾ ਹੰਕਾਰ ਹਉਮੈ ਹੋਣੀ ਸ਼ੁਰੂ ਹੋ ਜਾਂਦੀ ਆ। ਤੇ ਜਿਹੜੀ ਉਹ ਖਤਰਨਾਕ ਬਣ ਜਾਂਦੀ ਹੈ, ਇੱਕ ਵੱਡੀ ਬਿਮਾਰੀ ਬਣ ਜਾਂਦੀ ਹੈ। ਹਉਮੈ, ਹੰਕਾਰ, ਮਾਣ ਕਿਸੇ ਵੀ ਗੱਲ ਦਾ ਹੋਵੇ, ਸਾਡੀ ਉਹ ਗੁਰੂ ਨਾਲ ਨੇੜਤਾ ਨਹੀਂ ਬਣ ਦਿੰਦਾ। ਕਿਸੇ ਵੀ ਗੱਲ ਦਾ ਮਾਣ ਹੰਕਾਰ ਹੋ ਜਾਏ, ਮਹਾਰਾਜ ਕਹਿੰਦੇ ਹਰ ਜੀਉ ਹੰਕਾਰ ਨਾ ਭਾਵੇ। ਕਿਸੇ ਵੀ ਤਰ੍ਹਾਂ ਦਾ ਹੰਕਾਰ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਪਾਤਸ਼ਾਹ ਕਹਿੰਦੇ ਆ, ਜੇ ਨਾਮ ਜਪਣਾ, ਕੋਸ਼ਿਸ਼ ਕਰ ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੂੰ ਸੰਗਤ ਵਿੱਚ ਬੈਠ ਕੇ ਨਾਮ ਜਪ, ਕਿਉਂਕਿ ਉੱਥੇ ਪਤਾ ਨਹੀਂ ਇੱਕ ਦੂ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਮ ਜੀਓ। ਜੇ ਤੂੰ 1 ਘੰਟਾ ਸਿਮਰਨ ਕਰਕੇ ਆਇਆ, ਹੋ ਸਕਦਾ ਤੇਰੇ ਨਾਲ ਵਾਲਾ 2 ਘੰਟੇ ਕਰਕੇ ਆਇਆ। ਜੇ ਤੂੰ 1 ਸੁਖਮਨੀ ਸਾਹਿਬ ਦਾ ਪਾਠ ਕਰਕੇ ਆਇਆ, ਹੋ ਸਕਦਾ ਤੇਰੇ ਨਾਲ ਬੈਠੋ 5 ਸੁਖਮਨੀ ਸਾਹਿਬ ਕਰਕੇ ਆਇਆ ਹੋ। ਜੇ ਤੂੰ 1 ਜਪਜੀ ਸਾਹਿਬ ਪੜ੍ਹ ਕੇ ਆਇਆ, ਹੋ ਸਕਦਾ ਤੇਰੇ ਨਾਲ ਬੈਠੋ 10 ਜਪਜੀ ਸਾਹਿਬ ਦੇ ਪਾਠ ਕਰਕੇ ਆਇਆ ਹੋ। ਇੱਥੇ ਹੰਕਾਰ ਨਹੀਂ ਆਉਂਦਾ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਬੈਠ ਕੇ ਭਾਈ ਸੰਤ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪ। ਪਰ ਸਤ ਸੰਗਤ ਹੋਵੇ। ਸੰਗਤ ਦਾ ਅਸੀਂ ਕਈ ਵਾਰ ਆਮ 4, 5, 10 ਬੰਦੇ ਖੜੇ ਹੋਣ, ਉਹਨਾਂ ਨੂੰ ਵੀ ਸੰਗਤ ਕਹਿ ਦੇਈਦਾ। ਕਿਸੇ ਦੇ ਘਰ ਲੋਕ ਇਕੱਠੇ ਹੋਏ ਬੈਠੇ ਹੋਣ, ਉਹਨਾਂ ਨੂੰ ਵੀ ਸੰਗਤ ਕਹਿ ਦੇਈਦਾ। ਕਿਸੇ ਦੇ ਘਰ ਅਫਸੋਸ ਤੇ ਕੋਈ ਬੈਠੇ ਹੋਣ, ਉਹਨਾਂ ਨੂੰ ਵੀ ਸੰਗਤ ਕਹਿ ਦੇਈਦਾ। ਮਹਾਰਾਜ ਕਹਿੰਦੇ ਸਤ ਸੰਗਤ ਹੋਵੇ, ਸਤ ਪਿਆਰਿਆਂ ਦੀ ਸੰਗਤ ਹੋਵੇ, ਸਤ ਨੂੰ ਮੰਨਣ ਵਾਲਿਆਂ ਦੀ ਸੰਗਤ ਹੋਵੇ। ਜਿਸ ਸੰਗਤ ਵਿੱਚ ਕੇਵਲ ਇੱਕ ਪਰਮਾਤਮਾ ਦੀ ਸਤ ਸੰਗਤ ਕੈਸੀ ਜਾਣੀਆਂ, ਜਿੱਥੇ ਇੱਕੋ ਨਾਮ ਖਾਣੀਆਂ, ਉਸ ਇੱਕ ਅਕਾਲ ਪੁਰਖ ਦੀ ਗੱਲ ਹੋ ਰਹੀ ਹੋਵੇ, ਉਸ ਇੱਕ ਦੀ ਵਿਚਾਰ ਹੋ ਰਹੀ ਹੋਵੇ, ਉਸ ਸਤ ਸੰਗ ਵਿੱਚ ਬੈਠ, ਉੱਥੇ ਬੈਠ ਕੇ ਨਾਮ ਜਪ, ਜਿਹੜੇ ਕੇਵਲ ਪਰਮਾਤਮਾ ਦੀ ਗੱਲ ਕਰ ਰਹੇ ਹੋ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਗੱਲ ਨਾ ਚੱਲ ਰਹੀ ਹੋਵੇ। ਉਹਨਾਂ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ। ਸੰਤਨ ਬਹੁ ਵਚਨ ਹੈ, ਇੱਥੇ ਗੁਰਮੁਖ ਜਨਾਂ ਦੀ ਗੱਲ ਹੈ। ਜਿੱਥੇ ਬਹੁਤਾਤ ਗਿਣਤੀ ਵਿੱਚ ਆਏ ਸੰਤ ਪਰਹੁਣੇ, ਕੀਰਤਨ ਹੋਆ ਰਹਿਣ ਸਮਾਈ। ਜਿੱਥੇ ਸੰਤ ਗੁਰਮੁਖ ਆਏ ਹੋਣ, ਸੰਤ ਪਿਆਰੇ ਗੁਰਮੁਖ ਪਿਆਰੇ ਜੁੜੇ ਬੈਠੇ ਹੋਣ, ਰੱਬ ਨੂੰ ਮੰਨਣ ਵਾਲੇ ਬੈਠੇ ਹੋਣ, ਉਹਨਾਂ ਦੇ ਸੰਗ ਬੈਠ ਕੇ, ਉਹਨਾਂ ਦੇ ਕੋਲ ਬੈਠ ਕੇ ਪਰਮਾਤਮਾ ਦੀ ਗੱਲ ਸੁਣ, ਪਰਮਾਤਮਾ ਦੀ ਵਿਚਾਰ ਸੁਣ, ਪ੍ਰਭੂ ਦੇ ਗੀਤ ਸੁਣ, ਪ੍ਰਭੂ ਦੇ ਉਸ ਸਿਫਤ ਸਲਾਹ ਦੇ ਗੁਣਾਂ ਨੂੰ ਸੁਣਨ ਦਾ ਯਤਨ ਕਰ। ਕਥਾ ਕੀਰਤਨ ਆਨੰਦ ਮੰਗਲ ਧੁਨ। ਕਥਾ ਹੋਵੇ, ਕੀਰਤਨ ਹੋਵੇ। ਕਥਾ ਔਰ ਕੀਰਤਨ ਰਾਹੀਂ ਜਿਹੜੀਆਂ ਉੱਥੇ ਧੁਨੀਆਂ ਗਾਈਆਂ ਜਾ ਰਹੀਆਂ ਨੇ, ਰਾਗ ਕਲਾਪੇ ਜਾ ਰਹੇ ਨੇ, ਰਾਗਾਂ ਦੇ ਆਧਾਰ ਤੇ ਗੁਰਬਾਣੀ ਨੂੰ ਗਾਇਆ ਜਾ ਰਿਹਾ ਹੈ, ਉਹਨੂੰ ਸੁਣ ਕੇ ਫਿਰ ਮਨ ਆਨੰਦਿਤ ਹੁੰਦਾ ਹੈ, ਮਨ ਵਿੱਚ ਆਨੰਦ ਆਉਂਦਾ ਹੈ, ਮਨ 'ਚ ਖੇੜਾ ਆਉਂਦਾ ਹੈ। ਪੂਰ ਰਹੀ ਦਿਨ ਸਾਰ ਰਾਤ, ਫਿਰ ਦਿਨ ਰਾਤ ਉਹ ਮਨ ਵਿੱਚ ਜਿਹੜਾ ਸ਼ਬਦ ਵਸ ਜਾਂਦਾ ਹੈ, ਦਿਨ ਰਾਤ ਹੀ ਉਹਦੀ ਧੁਨ ਚੱਲਦੀ ਰਹਿੰਦੀ। ਦਿਨ ਰਾਤ ਉਹ ਸ਼ਬਦ ਜਿਹੜੇ ਨੇ ਸਾਡੇ ਅੰਦਰ ਵਸ ਜਾਂਦੇ ਨੇ ਤੇ ਚੱਲਦੇ ਹੀ ਰਹਿੰਦੇ ਨੇ। ਤੇ ਮਹਾਰਾਜ ਕਹਿੰਦੇ ਆ ਨਿਰੰਤਰ ਜਪ।
ਨਿਰੰਤਰ ਤੇਰੇ ਅੰਦਰ ਆਤਮੇ ਚੱਲਦਾ ਰਵੇ। ਜਦੋਂ ਇੱਕ ਵਾਰ ਸ਼ੁਰੂ ਹੋ ਗਿਆ ਫਿਰ ਉਹ ਚੱਲ, ਜਿਵੇਂ ਅਸੀਂ ਕੋਈ ਵੀ ਗੱਲ ਨੂੰ ਦਿਨੇ ਸਾਰਾ ਦਿਨ ਯਾਦ ਰੱਖੀਏ, ਸਾਡੇ ਉਹ ਗੱਲ ਚੇਤੇ ਵਿੱਚ ਹੋਵੇ ਤੇ ਰਾਤ ਨੂੰ ਕਈ ਵਾਰ ਸੁਪਨੇ ਵਿੱਚ ਵੀ ਉਹ ਗੱਲਾਂ ਚੱਲਦੀਆਂ ਨੇ। ਇਨਸਾਨ ਉੱਠ ਕੇ ਕਹਿ ਦਿੰਦਾ ਵੀ ਸਾਰੀ ਰਾਤ ਮੈਂ ਤਾਂ ਕੱਲ ਜੋ ਕੁਝ ਹੋਇਆ ਸਾਰੀ ਰਾਤ ਨੂੰ ਸੁਪਨੇ ਚੋਂ ਹੀ ਕੁਝ ਚੱਲਦਾ ਰਿਹਾ। ਤੇ ਕਬੀਰ ਸਾਹਿਬ ਕਹਿੰਦੇ ਆ, ਭਾਈ ਜੇ ਦਿਨੇ ਜਾਗਦਾ ਹੋਇਆ ਤੂੰ ਨਾਮ ਜਪਦਾ ਹੋਏਗਾ ਨਾ, ਸੋਵਤ ਜਾਗਤ ਜਿਹਨੂੰ ਕਿਹਾ ਜਾਂਦਾ, ਉੱਠਦੇ ਬਹਿੰਦੇ ਵੀ ਜਦੋਂ ਤੇਰੇ ਕੋਲ ਸਿਮਰਨ ਹੋਏਗਾ, ਫਿਰ ਯਾਦ ਰੱਖ ਰਾਤ ਸੁੱਤਿਆਂ ਪਿਆ ਸੁਪਨੇ ਵਿੱਚ ਵੀ ਪਰਮਾਤਮਾ ਦੀ ਯਾਦ ਹੋਏਗੀ। ਕਬੀਰ ਸੁਪਨੇ ਬਰੜਾਇਕ ਹੈ, ਜੇ ਮੁਖ ਨਿਕਸੈ ਰਾਮ, ਫਿਰ ਸੁਪਨੇ ਵਿੱਚ ਬਰੜਾ ਕੇ ਵੀ ਪਰਮਾਤਮਾ ਦਾ ਨਾਮ ਨਿਕਲੇਗਾ। ਫਿਰ ਜਿਹੜੇ ਸੁੱਤੇ ਪਿਆ ਵੀ ਜਿਨ੍ਹਾਂ ਦੇ ਜਿਹਨ ਵਿੱਚ ਨਾਮ ਹੋਵੇ, ਸੁਰਤ ਵਿੱਚ ਨਾਮ ਹੋਵੇ, ਕਬੀਰ ਸਾਹਿਬ ਕਹਿੰਦੇ ਤਾਕ ਕੇ ਪੱਗ ਕੀ ਪਨਹੀ, ਪੈਰਾਂ ਦੀ ਜੁੱਤੀ ਆਪਣੇ ਆਪ ਦਾ ਬਣਾ ਕੇ ਉਹਨਾਂ ਦੇ ਪੈਰਾਂ ਦੀ ਜੁੱਤੀ ਬਣ ਜਾਵੇ। ਤਾਂ ਕਿ ਪੱਗ ਕੀ ਪਨਹੀ ਮੇਰੇ ਤਨ ਕੋ ਚਾਮ, ਮੇਰੇ ਤਨ ਦੇ ਇਸ ਚਮੜੇ ਦੀਆਂ ਜੁੱਤੀਆਂ ਬਣਾ ਕੇ ਉਹਨਾਂ ਦੇ ਪੈਰਾਂ 'ਚ ਪਾ ਦਿਓ, ਜਿਨ੍ਹਾਂ ਦੇ ਜਿਉਂਦੇ ਵੀ ਔਰ ਸੁੱਤੇ ਪਿਆ ਵੀ ਨਾਮ ਚੱਲਦੇ। ਤਾਂ ਹੀ ਪਾਸ਼ਾ ਕਰਿਆ ਸੁਪਨੇ ਆਇਆ ਭੀ ਗਿਆ, ਜਿਨ੍ਹਾਂ ਨੇ ਦਿਨ ਵਿੱਚ ਜਾ ਕੇ ਉਹਨੂੰ ਅਰਦਾਸਾਂ ਕੀਤੀਆਂ, ਪੁਕਾਰਾਂ ਕੀਤੀਆਂ, ਯਾਦ ਕੀਤਾ ਨਾ ਕਿ ਪਰਮਾਤਮਾ ਅਸੀਂ ਤੈਨੂੰ ਮਿਲਣਾ ਚਾਹੁੰਦੇ ਹਾਂ, ਸਾਨੂੰ ਮਿਲ। ਮਹਾਰਾਜ ਸਾਹਿਬ ਕਰਿਆ ਫਿਰ ਸੁਪਨੇ ਆਇਆ ਭੀ ਗਿਆ, ਜਿਹਨੂੰ ਯਾਦ ਕਰ ਰਿਹਾ ਭਾਈ ਉਹਨੂੰ ਯਾਦ ਕਰਕੇ ਸੋਵੋ। ਕਈ ਵਾਰ ਸੁਪਨੇ ਵਿੱਚ ਆ ਕੇ ਮਿਲਦਾ। ਭਾਈ ਵੀਰ ਸਿੰਘ ਨੇ ਕਿਹਾ, ਬੜੀ ਪਿਆਰੀ ਲਿਖਤ ਹੈ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਪਰਮਾਤਮਾ ਮੈਂ ਪੁਕਾਰਦਾ ਰਿਹਾ, ਮੈਂ ਤੈਨੂੰ ਯਾਦ ਕਰਦਾ ਰਿਹਾ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾਰ ਗਲਵਕੜੀ ਪਾਈ, ਅਸੀਂ ਕੋਸ਼ਿਸ਼ ਕੀਤੀ ਵੀ ਤੈਨੂੰ ਗਲਵਕੜੀ ਪਾ ਕੇ ਮਿਲੀਏ, ਕਿਉਂਕਿ ਜਿਹਨੂੰ ਯਾਦ ਕਰਦਿਆਂ ਮੁੱਦਤਾਂ ਬੀਤ ਗਈਆਂ, ਜਿਹਨੂੰ ਯਾਦ ਕਰਦਿਆਂ ਕਈ ਦਹਾਕੇ ਲੰਘ ਗਏ, ਜਿਹਨੂੰ ਯਾਦ ਕਰਦਿਆਂ ਬੜਾ ਲੰਮੇਰਾ ਸਮਾਂ ਹੋ ਗਿਆ, ਅੱਜ ਉਹ ਆਇਆ ਹੈ ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਸੁਪਨ ਚਰਿੱਤਰ ਚਿੱਤਰ ਬਾਲਕ ਬਨੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ। ਉਹ ਜਦੋਂ ਗੁਜਰਾਤ ਦੇ ਵਿੱਚ ਪ੍ਰਚਾਰ ਲਈ ਜਾਂਦੇ ਆ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਧਰਦੇ ਆ ਤੇ ਯਾਦ ਕਰਦੇ ਕਰਦੇ ਅੱਖ ਲੱਗ ਜਾਂਦੀ ਹੈ, ਨੀਂਦ ਆ ਜਾਂਦੀ ਹੈ। ਜਿਸ ਗੁਰੂ ਨੂੰ ਉਹ ਯਾਦ ਕਰ ਰਿਹਾ, ਸੁਪਨੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਿਲ ਪੈਂਦੇ। ਅੰਮ੍ਰਿਤ ਵੇਲਾ ਹੁੰਦਾ, ਇੱਧਰ ਬੰਬੀਹਾ ਬੋਲਦਾ, ਭਾਈ ਗੁਰਦਾਸ ਸਾਹਿਬ ਦੀ ਅੱਖ ਖੁੱਲਦੀ ਆ ਤੇ ਉਸ ਬੰਬੀਹੇ ਨੂੰ ਸੰਬੋਧਨ ਹੋ ਕੇ ਕਹਿੰਦੇ ਆ, ਇਹ ਬੰਬੀਹੇ ਤੂੰ ਵਿਛੜ ਕੇ ਕੁੱਕਿਆ, ਤੇਰੀ ਜ਼ਿੰਦਗੀ 'ਚ ਵਿਛੋੜਾ ਹੈ, ਤੂੰ ਤਾਂ ਕੂਕ ਰਿਹਾ ਕਿ ਮਿਲਾਪ ਹੋ ਜਾਏ, ਪਰ ਤੂੰ ਵਿਛੜੇ ਹੋਏ ਨੇ ਐਸੀ ਕੂਕ ਮਾਰੀ, ਮੈਨੂੰ ਜੁੜੇ ਹੋਏ ਨੂੰ ਵਿਛੋੜ ਕੇ ਰੱਖ ਦਿੱਤਾ। ਮੈਂ ਤਾਂ ਜੁੜਿਆ ਹੋਇਆ ਸੀ ਨਾ, ਸੁਪਨੇ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਜੁੜਿਆ ਹੋਇਆ ਸੀ, ਸੁਪਨੇ ਵਿੱਚ ਮੈਂ ਉਸ ਪਰਮਾਤਮਾ ਨਾਲ ਜੁੜਿਆ। ਅੱਗੇ ਸਾਡੇ ਪੁਰਾਤਨ ਸਮੇਂ ਘਰਾਂ ਦੇ ਵਿੱਚ ਨਾ, ਸਾਰੇ ਘਰਾਂ ਵਿੱਚ ਜਨਮ ਸਾਖੀਆਂ ਹੁੰਦੀਆਂ ਸਨ। ਟੀਵੀ ਟੂਵੀ ਦਾ ਚਲੋ ਥੋੜੇ ਸਮੇਂ ਦੀਆਂ ਗੱਲਾਂ ਨੇ, ਹੁਣ ਤਾਂ ਘਰ ਘਰ ਕਈ ਟੀਵੀ ਲੱਗਿਆ। ਅੱਗੇ ਕਿਸੇ ਦੇ ਘਰ ਟੀਵੀ ਨਹੀਂ ਸੀ ਹੁੰਦਾ, ਖਬਰਾਂ ਸੁਣ ਲਈ ਮਾੜਾ ਮੋਟਾ ਰੇਡੀਓ ਹੋਣਾ, ਅਖਬਾਰਾਂ ਦਾ ਵੀ ਬਹੁਤਾ ਬੋਲਬਾਲਾ ਨਹੀਂ ਸੀ। ਸਾਡੇ ਬਜ਼ੁਰਗ ਅਕਸਰ ਘਰਾਂ ਵਿੱਚ ਜਨਮ ਸਾਖੀ ਧੰਨ ਗੁਰੂ ਨਾਨਕ ਸਾਹਿਬ ਦੀ ਰੱਖਦੇ ਸੀ। ਪੁਰਾਤਨ ਅੱਜ ਵੀ ਘਰਾਂ 'ਚ ਜਦੋਂ ਜਾਈਦਾ ਤੇ ਬੜੇ ਬਿਰਧ ਅਵਸਥਾ ਦੇ ਵਿੱਚ ਉਹ ਜਨਮ ਸਾਖੀਆਂ ਕਈ ਵਾਰ ਸਾਨੂੰ ਦਿਖਾਉਣ ਨੂੰ ਸੰਗਤਾਂ ਦਿਖਾਉਂਦੀਆਂ ਨੇ ਕਿ ਜੇ ਸਾਡੇ ਬਜ਼ੁਰਗਾਂ ਨੇ ਇਹ ਜਨਮ ਸਾਖੀ ਲਿਆਂਦੀ, ਉਹ ਹਰ ਰੋਜ਼ ਪੜ੍ਹਦੇ ਸਨ, ਸਾਨੂੰ ਵੀ ਸੁਣਾਉਂਦੇ ਸਨ। ਤੇ ਰਾਤ ਸੌਣ ਲੱਗਿਆ ਨਾ, ਸਾਰੇ ਪਰਿਵਾਰ ਨੇ ਥੱਲੇ ਬੈਠਣਾ, ਜਾਂ ਆਪੋ ਆਪਣੇ, ਜਿਵੇਂ ਗਰਮੀ ਦੇ ਦਿਨ ਨੇ ਬਾਹਰ ਵਿਹੜੇ 'ਚ ਮੰਜੇ ਡਾਇਆ, ਕੋਠੇ ਤੇ ਮੰਜੇ ਡਾਏ, ਆਪਣੇ ਆਪਣੇ ਮੰਜਿਆਂ ਤੇ ਪ੍ਰਸ਼ਾਦ ਪਾਣੀ ਛਕ ਕੇ, ਦੁੱਧ ਪੀ ਕੇ, ਚੌਕੜੇ ਮਾਰ ਕੇ ਬੈਠਣਾ। ਘਰ ਵਿੱਚੋਂ ਇੱਕ ਜਾਣੇ ਨੇ ਉੱਚੀ ਬੋਲ ਕੇ ਕੋਈ ਵੀ ਗੁਰੂ ਨਾਨਕ ਸਾਹਿਬ ਦੀ ਸਾਖੀ ਸੁਣਾਉਣੀ, ਸਾਰੇ ਪਰਿਵਾਰ ਨੇ ਸੁਣਨੀ। ਤੇ ਉਹ ਸਾਖੀ ਸੁਣਾਉਣ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਸਭ ਨੇ ਸੌਂ ਜਾਣਾ। ਮਹਾਰਾਜ ਕਹਿੰਦੇ ਉਹ ਸਾਖੀ ਇਸ ਕਰਕੇ ਸੁਣਾਈ ਜਾਂਦੀ ਸੀ ਕਿ ਜਿਸ ਗੁਰੂ ਨੂੰ ਅਸੀਂ ਯਾਦ ਕਰਕੇ ਸੌਣ ਲੱਗੇ ਹਾਂ ਤੇ ਸਾਡੀ ਜ਼ਿੰਦਗੀ ਦਾ ਭਾਗ ਹੋਵੇ, ਕੋਈ ਚੰਗਾ ਕਰਮ ਅੱਗੇ ਆਵੇ, ਜਿਹਨੂੰ ਯਾਦ ਕਰਕੇ ਸੁੱਤਿਆਂ ਸੁਪਨੇ ਵਿੱਚ ਉਹ ਦਰਸ਼ਨ ਬਖਸ਼ਦਾ। ਹੋ ਸਕਦਾ ਸੁਪਨੇ 'ਚ ਉਹਦਾ ਦੀਦਾਰ ਹੋ ਜਾਏ, ਹੋ ਸਕਦਾ ਸੁਪਨੇ 'ਚ ਅੱਜ ਉਹ ਸਾਨੂੰ ਮਿਲ ਪਵੇ। ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ, ਆਓ ਸੁਭਾਗੀ ਨੀਂਦਰੀਏ। ਮੱਧ ਸੌਂਦੇ ਅੱਜ ਅਸੀਂ ਕਹਿੰਦੇ ਹਾਂ ਜੀ, ਨੀਂਦ ਆਉਂਦੀ ਹੈ ਜਦੋਂ ਬਾਣੀ ਪੜ੍ਹਦੇ ਹਾਂ, ਨੀਂਦ ਆਉਂਦੀ ਹੈ ਜਦੋਂ ਸਿਮਰਨ ਕਰਦੇ ਹਾਂ। ਮਹਾਰਾਜ ਕਹਿੰਦੇ ਸਿਮਰਨ ਕਰ, ਅੱਖਾਂ ਬੰਦ ਕਰਕੇ ਬੈਠ, ਤੂੰ ਧਿਆਨ ਲਾ, ਪਤਾ ਨਹੀਂ ਕਿਸ ਵੇਲੇ ਧਿਆਨ ਲੱਗ ਜਾਏ ਤੇਰੀ ਨੀਂਦ ਵੀ ਸਮਾਧੀ ਬਣ ਸਕਦੀ ਹੈ। ਜੁੜੇ ਹੋਏ ਤਾਂ ਕਹਿੰਦੇ ਆਓ ਸੁਭਾਗੀ ਨੀਂਦੜੀਏ, ਉਹ ਤਾਂ ਨੀਂਦ ਨੂੰ ਵੀ ਆਵਾਜ਼ ਮਾਰ ਰਿਹਾ ਕਿ ਅਸੀਂ ਤੈਨੂੰ ਪਰਮਾਤਮਾ ਯਾਦ ਕਰ ਰਹੇ ਹਾਂ। ਤੇ ਉਹ ਨੀਂਦ ਆ ਜਾਏ, ਜਿਸ ਨੀਂਦ ਵਿੱਚ ਸੁਪਨੇ 'ਚ ਤੁਸੀਂ ਮਿਲਦੇ ਹੋ, ਉਹ ਨੀਂਦ ਵੀ ਚੰਗੀ ਹੈ ਜਿਸ ਨੀਂਦ ਵਿੱਚ ਉਸ ਪਿਆਰੇ ਦਾ
दर्शन हो जाए, पर वो प्यारा निरा नूर है, वो पकड़ च नहीं आता। भाई गुरदास साहब कहते हैं सुपने विच भाई साहब भाई वीर सिंह जी सुपने विच तुसीं मिले सानू, असीं धाग लवकड़ी पाई निरा नूर, तुसीं हथ नहीं आए, साडी कंबदी रही कड़ाई, तुसीं केवल नूर सी, तुसीं केवल प्रकाश सी, तुसीं चानण सी। ना प्रकाश पकड़ विच आउंदा है, ना चानण पकड़ विच आउंदा, ना नूर पकड़ विच आउंदा है। साडी कंबदी रही कड़ाई, वो नूर इन्ना तेज प्रताप वाला सी, कड़ाइयां कंबदियां रहियां पर तुसीं पकड़ च नहीं आए। महाराज कहते हैं संगत विच बैठ के नाम जपना शुरू कर। इस संगत का एक तो रंग लगदा लगदा रंग चढ़ जाएगा। गुरमुखां दी संगत विच बैठेगा, जुड़ियां दी संगत विच बैठेगा ना, ते तू भी परमात्मा नाल जुड़ जाएगा, तू भी उस अकाल परमात्मा नाल जुड़ जाएगा। एक संत सवाया सिंह होया शबील वाले, तरनताਰਨ साहब मस्या के दिन उन्होंने शबील लाउणी, ते शबील करके सारे उन्होंने जानते सन। भाई साहब भाई वीर सिंह उन्होंने संत गाथा पहले भाग में उन्होंने जिक्र किया। बड़ी रब नाल जुड़ी हुई रूह है, गुरु गुरु जपण वाली रूह है। उन्होंने बड़ी बार कहना पाई सकते बदकिस्मत वक्त जिहड़ा शब्द है, जां निर्भागा शब्द है, जां माड़े कर्मां वाला इहो जे शब्द ना वरत्या करो, क्योंकि मनुखा जीवन मिलिया ही तां है क्योंकि साडे दुर्लभ कर्म सन, साडे चंगे भाग सन, चंगे भागा करके ये संगत मिली है, चंगे भागा करके ये मनुखा जीवन मिलिया ते सत्संग मिली है। ते इस तो वड्डे भाग साडे ये हन कि साडे गुरु दा, साडे रहबर दा नाम धन गुरु नानक साहब पातशाह। इस तो वड्डे भाग साडे ये ने। ते तुसीं उस परमात्मा दी सिफत विच रिहा करो, शुकराने च रिहा करो, संगत विच बैठ के केवल उस परमात्मा दा धन्नवाद करिया करो, उस अकाल पुरख परमात्मा दा शुकराना करिया करो, क्योंकि उहदे शुकराने विच उहदा सिमरन है, उहदे धन्नवाद विच उहदा सिमरन है। संगत विच बैठ के जिवें जिवें उस परमात्मा दीयां सिफतां चलण, गुरु दीयां सिफतां आउण, उवें उवें हथ जोड़ के उस परमात्मा दे धन्नवाद विच जुड़दे रहा करो, क्योंकि इस संगत विच बैठण वाले, इस सत्संग विच आउण वाले ब्रह्म ज्ञान नूं पहुंच गया। इस संगत विच बैठण वाले संत बन गए, इस सत्संग विच बैठण वाले गुरमुख बन गए, इस सत्संग विच बैठण वाले सत विच अभेद हो गए, वो सत विच अभेद हो गए हैं। भाई साहब भाई वीर सिंह उन्हां ने वैसे वो छेती किसी बारे लिखते कुछ नहीं। प्रोफैसर पूर्ण सिंह एक धनी राम चातरिक, साडे पंजाबी साहित्य के बड़े बड़े जिहड़े वो कवि होया, बहुत कुछ पंजाबी मामूली ने उन्होंने सेवा की है। तो उन्होंने कहा भाई वीर सिंह जी को मैं जाना खाए, मेरे जान से तुसीं दो तुकां, दो शब्द जरूर मेरे लिए लिखियो। उन्होंने प्रोफैसर पूर्ण सिंह लिए भी लिखे। ये दोवें भाई साहब भाई वीर सिंह तो प्रभावित होकर गुरु नाल जुड़े। प्रोफैसर पूर्ण सिंह सन्यासी बन चुके सन। उन्होंने जो सन्यास मत का लिबास है, धोती टोपी जनेऊ सब कुछ पहनिया। तो भाई वीर सिंह उन्होंने दी संगत हुई अमृतसर साहब की धरती। भाई साहब भाई वीर सिंह कितनी जुड़ी हुई आत्मा होगी। उन्होंने लिखतां पढ़ो, धन गुरु नानक चमत्कार पढ़ो, कलगीधर चमत्कार जिहड़ा उन्हां दे भाग ने दो उन्होंने पढ़ो। कलगीधर चमत्कार नूं पढ़न वाले जे किसी गैर धर्म के लोगों ने भी पढ़िया, वो भी अमृत छक के गुरु वाले बन गए। इन्ना रस ते इन्नी गुरु नाल नेड़ता और इन्ने कमाल दे उन्होंने उस लफ्ज वरते हुए ने। वो शब्दावली जिहड़ी है, वो शब्दां दी जादूगरी जिहड़ी है, इन्नी कमाल दी है। जिहड़े नास्तिक सन वो आस्तिक हो गए। जिन्ना भावना नाल कलगीधर चमत्कार पढ़िया, वो महाराज साहब के जीवन को पढ़ते पढ़ते जिहड़े मनमुख सन वो गुरमुख बन गए, जिहड़े नगुरे सन गुरु वाले बन गए, जिहड़े हजे सोचते सन की करिए उन्हां सोचना छड्ड के गुरु गोबिंद सिंह के चरणों नाल जुड़ गए। उन्हां चों प्रोफैसर पूर्ण सिंह भी एक ने। बड़ा अलवेला लिखारी है सिख जगत का, लिखिया बहुत थोड़ा है, पर जिन्ना लिखिया बाकमाल लिखिया, उन्होंने कथा विच बड़ा घट कोट हुंदा है। वो शब्द छेती पकड़ च नहीं आउंदे। इन्नियां उच्चियां गल्लां, एडे उच्च पाए दीयां गल्लां ने, उन्होंने पढ़ के तुसीं मान सकदे हो, उन्होंने बयान करना औखा। हुण किड्डी उन्हां दी शिखर होएगी गुरमुखता दी, किड्डी शिखरता होएगी एक पातशाह दे प्यार प्रति किन्ना गुरु नाल जुड़े होणगे। उन्होंने सिर ते हाथ फेर के भाई साहब भाई वीर सिंह ने कहा सी, गुरमुख पूर्ण सिंह जी तुहाडे इन्ने कोमल केस,
ਤੁਹਾਡੇ ਮਲਾਈ ਵਰਗੇ ਕੋਮਲ ਕੇਸ ਨੇ, ਮੱਖਣ ਵਰਗੇ ਕੋਮਲ ਕੇਸ ਨੇ। ਇੰਨੇ ਕੋਮਲ ਕੇਸਾਂ ਤੇ ਤੁਸੀਂ ਇੰਨੀ ਸਖਤ ਲੋਹੇ ਦੀ ਕੈਂਚੀ ਲਾਉਂਦੇ ਹੋ, ਤੇ ਮੈਨੂੰ ਤਾਂ ਬੜੀ ਤਕਲੀਫ ਹੁੰਦੀ ਆ। ਇਹ ਕੇਸਾਂ ਨੂੰ ਕਿੰਨੀ ਤਕਲੀਫ ਹੁੰਦੀ ਹੋਏਗੀ ਜਦੋਂ ਇਹਨਾਂ ਕੋਮਲ ਕੇਸਾਂ ਤੇ ਇੱਕ ਲੋਹੇ ਦੀ ਸਖਤ ਕੈਂਚੀ ਲੱਗਦੀ ਤੇ ਇਹਨਾਂ ਨੂੰ ਕੱਟਦੀ ਹੋਵੇ। ਆਹੀ ਸ਼ਬਦ ਗਏ ਸਨ। ਪਤਾ ਨਹੀਂ ਉਹ ਕਿਸ ਵਜਦ ਵਿੱਚ ਗਏ ਹੋਣਗੇ, ਕਿੰਨੇ ਕੁ ਜੁੜ ਕੇ ਗਏ ਹੋਣਗੇ, ਜਾਂ ਉਹਨਾਂ ਦੀ ਰਸਨਾ ਤੇ ਗੁਰੂ ਸਾਹਿਬ ਧੰਨ ਗੁਰੂ ਰਾਮਦਾਸ ਆਪ ਬੈਠ ਕੇ ਬੋਲੇ ਹੋਣਗੇ। ਉਸ ਦਿਨ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਨੇ ਕੇਸ ਨਹੀਂ ਸਨ ਘਟਾਏ। ਸਾਬਤ ਸੂਰਤ ਵਿੱਚ ਆ ਗਏ, ਗੁਰੂ ਨਾਲ ਜੁੜ ਗਏ। ਫਿਰ ਇੰਨਾ ਸਿਮਰਨ, ਇੰਨਾ ਧਿਆਨ, ਇੰਨਾ ਮੈਡੀਟੇਸ਼ਨ ਕੀਤਾ, ਫਿਰ ਅਵਸਥਾ ਇੰਨੀ ਉੱਚੀ ਪਹੁੰਚ ਗਈ। ਉਹਨਾਂ ਦੇ ਕੋਈ ਸੱਜਣ ਮਿਲਣ ਵਾਸਤੇ ਆਏ। ਉਹਨਾਂ ਕਿਹਾ ਆਜੋ ਮੈਂ ਘਰ ਹੀ ਹਾਂ। ਉਹਨਾਂ ਆਵਾਜ਼ ਤੋਂ ਪਛਾਣਿਆ ਕਿ ਪੂਰਨ ਸਿੰਘ ਨੇ। ਅੱਜ ਲਿਬਾਸ ਬਿਲਕੁਲ ਸਿੱਖਾਂ ਵਰਗਾ ਹੋ ਚੁੱਕਿਆ, ਦਾੜਾ ਪ੍ਰਕਾਸ਼, ਕੇਸ ਨੇ, ਸਿਰ ਤੇ ਦਸਤਾਰ ਸਜੀ ਹੋਈ ਹੈ। ਇੰਨਾ ਉਹਨਾਂ ਦਾ ਉੱਚ ਕਮਾਲ ਜਿਹੜਾ ਪਾਇਦਾ ਜੀਵਨ ਬਣਿਆ। ਜਦੋਂ ਉਹ ਸੱਚਖੰਡ ਗਏ, ਉਹਨਾਂ ਲਈ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ, ਇੱਕ ਗੁਰਮੁਖ ਦੀ ਸੰਗਤ ਕਰਕੇ ਨਗੁਰੇ ਤੋਂ ਗੁਰੂ ਵਾਲਾ ਹੋਇਆ ਪ੍ਰੋਫੈਸਰ ਪੂਰਨ ਸਿੰਘ। ਇੱਕ ਗੁਰਮੁਖ ਦੀ ਸੰਗਤ ਕਰਕੇ, ਸੰਤ ਪਿਆਰੇ ਦੀ ਸੰਗਤ ਕਰਕੇ ਗੁਰੂ ਨਾਲ ਇੰਨਾ ਕੁ ਜੁੜ ਗਿਆ। ਅੱਜ ਉਹਨਾਂ ਦੀਆਂ ਲਿਖਤਾਂ ਪੜ੍ਹ ਕੇ, ਉਹਨਾਂ ਦੇ ਜੀਵਨ ਪੜ੍ਹ ਕੇ ਵਿਆਹ ਤੋਂ ਟੁੱਟੇ ਹੋਏ ਗੁਰੂ ਨਾਲ ਜੁੜ ਰਹੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਲਿਖਿਆ ਪ੍ਰੋਫੈਸਰ ਪੂਰਨ ਸਿੰਘ ਬਾਰੇ, ਪੂਰਨ ਸਿੰਘ ਜੀਓ, ਤੁਹਾਡੀ ਸੁਰਤ ਖੁੱਦੂ ਦੀ ਤਰ੍ਹਾਂ ਉਛਾਲੇ ਮਾਰਦੇ ਆ। ਖੁੱਦੂ ਸਮਝਦੇ ਨਾ, ਗੇਂਦ ਬਾਲ ਜੀ ਨੂੰ ਕਹਿੰਦੇ ਆ। ਤੁਹਾਡੀ ਸੁਰਤ ਖੁੱਦੂ ਦੀ ਤਰ੍ਹਾਂ ਉਛਾਲੇ ਮਾਰਦੀ ਹੈ, ਤੇ ਹਰ ਰੋਜ਼ ਉਸ ਪਰਮਾਤਮਾ ਪ੍ਰਤੀ ਉਛਾਲੇ ਮਾਰਨ ਵਾਲੀ ਸੁਰਤ ਨੂੰ ਉਸ ਪਿਆਰੇ ਨੇ, ਉਸ ਮਹਿਬੂਬ ਨੇ, ਅਕਾਲ ਪੁਰਖ ਨੂੰ ਕਹਿ ਰਿਹਾ, ਉਸ ਪਿਆਰੇ ਮਹਿਬੂਬ ਅਕਾਲ ਪੁਰਖ ਨੇ ਤੁਹਾਡੀ ਸੁਰਤ ਨੂੰ ਹਰ ਰੋਜ਼ ਦੀ ਤਰ੍ਹਾਂ ਉਛਾਲੇ ਮਾਰਨ ਵਾਲੀ ਨੂੰ ਬਾਂਹ ਫੜ ਕੇ ਸੱਚਖੰਡ ਵਿੱਚ ਆਪਣੇ ਕੋਲ ਹੀ ਹਮੇਸ਼ਾ ਲਈ ਰੱਖ ਲਿਆ। ਆਹ ਸ਼ਬਦ ਸਨ। ਤੇ ਧਨੀ ਰਾਮ ਚਾਤਰਿਕ ਨੇ ਕਿਹਾ ਜੀ ਮੇਰੇ ਲਈ ਵੀ ਲਿਖੋ। ਇਹ ਵੀ ਗੁਰੂ ਨਾਲ ਇਹਨਾਂ ਦੇ ਮਨ 'ਚ ਪਿਆਰ ਪੈਦਾ ਹੋ ਗਿਆ। ਭਾਈ ਵੀਰ ਸਿੰਘ ਤੋਂ ਪ੍ਰਭਾਵਿਤ ਹੋ ਕੇ ਇੱਕ ਗੁਰਮੁਖ ਦੀ ਸੰਗਤ। ਮੈਂ ਬੇਨਤੀ ਕਰਾਂ ਤਾਂ ਇਹ ਇਲਾਕਾ ਬੜਾ ਭਾਗਾ ਹੈ। ਤੁਸੀਂ ਕਦੇ ਸੰਤ ਬਾਬਾ ਅਜੀਤ ਸਿੰਘ ਅਸਾਲੀ ਵਾਲਿਆਂ ਦੀ ਸੰਗਤ ਕਰੀ, ਸੰਤ ਬਲਵੰਤ ਸਿੰਘ ਸਿਉੜੇ ਵਾਲਿਆਂ ਦੀ ਤੁਸੀਂ ਸੰਗਤ ਕੀਤੀ। ਹੋਰ ਇੱਥੇ ਮੇਰੇ ਖਿਆਲ ਮਾਨਕ ਮਾਜਰਾ ਸ਼ਾਇਦ ਪਿੰਡ ਹੈ, ਉੱਥੇ ਬੜੇ ਕਮਾਲ ਦੇ ਸਾਧੂ, ਉਹਨਾਂ ਦੀ ਸੰਗਤ। ਜਿਹੜਾ ਕਿਸੇ ਗੁਰਮੁਖ, ਕਿਸੇ ਜੁੜੀ ਹੋਈ ਆਤਮਾ ਦੀ ਸੰਗਤ ਕਰਦਾ, ਉਹਦੀ ਜ਼ਿੰਦਗੀ ਵਿੱਚ ਉਹਦਾ ਅਸਰ ਜ਼ਰੂਰ ਆਉਂਦਾ, ਉਹਦੀ ਜ਼ਿੰਦਗੀ ਵਿੱਚ ਅਸਰ ਜ਼ਰੂਰ ਆਉਂਦਾ ਹੈ। ਧਨੀ ਰਾਮ ਚਾਤਰਿਕ ਨੇ ਕਿਹਾ ਜੀ ਮੇਰੇ ਲਈ 2 ਲਾਈਨਾਂ ਜ਼ਰੂਰ ਲਿਖਿਓ, ਕਿਉਂਕਿ ਮੈਂ ਵੀ ਗੁਰੂ ਨਾਲ ਪਿਆਰ ਬਹੁਤ ਕਰਦਾ। ਤੇ ਉਹਨਾਂ ਲਿਖਿਆ ਸੀ, ਧਨੀ ਰਾਮ ਧਨੀ ਬਣੇ ਧਨ ਜੋੜਿਆ। ਜੇ ਧਨੀ ਧਨਵਾਨ ਬਣਨਾ, ਧਨ ਜੁੜਨ ਨਾਲ ਬਣਦਾ। ਧਨੀ ਬਣੇ ਧਨ ਜੋੜਿਆ, ਰਾਮ ਮਿਲੇ ਮਨ ਜੋੜ। ਧਨੀ ਰਾਮ ਨਾਮ ਹੈ, ਚਾਤਰਿਕ ਤਖਲਸ ਹੈ। ਧਨੀ ਮਿਲੇ, ਧਨੀ ਬਣੇ ਧਨ ਜੋੜਿਆ, ਰਾਮ ਮਿਲੇ ਮਨ ਜੋੜ। ਧਨੀ ਰਾਮ ਬਣ ਜਾਓਗੇ, ਇੱਕ ਉਤ ਜਾ ਕੀ ਲੋੜ। ਕਹਿੰਦੇ ਧਨੀ ਰਾਮ ਬਣ ਜਾਏਗਾ ਜੇ ਬਰਾਮ ਨਾਲ ਸੁਰਤ ਜੋੜ ਲੈ, ਜਿਹਦੀ ਇੱਥੇ ਤੇ ਉੱਥੇ ਲੋੜ ਹੈ। ਜਿਹੜਾ ਲੋਕ ਤੇ ਪਰਲੋਕ ਵਿੱਚ ਤੁਹਾਡੀ ਸਹਾਇਤਾ ਕਰੇ, ਉਸ ਪਰਮਾਤਮਾ ਨਾਲ ਜੁੜ ਜਾਓਗੇ। ਪਰ ਰਾਮ ਨਾਲ ਜੁੜੋ, ਸੰਗਤ ਵਿੱਚ ਬੈਠ ਕੇ ਉਸ ਪਰਮਾਤਮਾ ਦੀ ਸਿਫਤ ਨੂੰ ਕਰੋ, ਉਸ ਅਕਾਲ ਪੁਰਖ ਦੀ ਸਿਫਤ ਨੂੰ ਗਾਓ। ਤੇ ਜੋ ਕੁਝ ਸੰਗਤ ਵਿੱਚੋਂ ਮਿਲਦਾ ਹੈ, ਸਤਸੰਗ ਵਿੱਚੋਂ ਰੱਬ ਦੀਆਂ ਸਿਫਤਾਂ ਮਿਲਦੀਆਂ ਨੇ, ਰੱਬ ਦੇ ਗੁਣ ਮਿਲਦੇ ਨੇ, ਰੱਬ ਦਾ ਸੁਭਾਅ ਮਿਲਦਾ ਹੈ, ਰੱਬ ਦਾ ਨੇਮ ਮਿਲਦਾ ਹੈ, ਰੱਬ ਦਾ ਨਾਮ ਮਿਲਦਾ ਹੈ। ਉਹਨੂੰ ਸੁਣ ਕੇ ਛੱਡ ਕੇ ਨਾ ਜਾਓ, ਕੰਨਾਂ ਦੇ ਰਾਹੀਂ ਉਹ ਸ਼ਬਦ ਨੂੰ ਸੁਰਤ 'ਚ ਟਿਕਾ ਕੇ ਘਰ ਨੂੰ ਲੈ ਜਾਓ। ਫਿਰ ਉੜਦੇ ਬਹਿੰਦੇ ਤੁਰਦੇ ਫਿਰਦੇ ਉਹ ਸ਼ਬਦ ਦਾ ਅਭਿਆਸ ਕਰੋ, ਨਾਮ ਦਾ ਅਭਿਆਸ ਕਰੋ। ਫਿਰ ਤਾਂ ਹੀ ਕਹੋਗੇ ਨਾ ਰੰਗ ਲਾਗਤ ਹੈ। ਜਿਹੜਾ ਸੰਗਤ ਵਿੱਚ ਜਾ ਕੇ ਰੰਗ ਲੱਗਿਆ, ਅੱਜ ਉਹ ਰੰਗ ਨੇ ਅਸਰ ਇਹੋ ਜਿਹਾ ਵਿਖਾਇਆ ਸੀ, ਘਰ ਬੈਠੇ ਹੀ ਸੰਤ ਬਣ ਗਏ। ਅਸੀਂ ਘਰ ਬੈਠੇ ਗੁਰਮੁਖ ਬਣ ਗਏ। ਅਸੀਂ ਆਪਣੀ ਕਿਰਤ ਵਿਰਤ ਕਰਦਿਆਂ ਗੁਰਮੁਖ ਬਣ ਗਏ। ਜਿਨ੍ਹਾਂ ਨੇ ਸੰਗਤ ਕੀਤੀ, ਨਿਰੰਤਰ ਕੀਤੀ, ਅੱਜ ਉਹਨਾਂ ਦਾ ਜ਼ਿਕਰ ਧੰਨ ਗੁਰੂ ਰਾਮਦਾਸ ਸਾਹਿਬ ਦੀ ਸੰਗਤ ਕਰਨ ਵਾਲਿਆਂ ਦਾ ਜ਼ਿਕਰ ਪੰਜ ਸਾਹਿਬਾਨ ਕਰ ਰਹੇ ਨੇ। ਆਓ ਸਮਾਂ ਸੀਮਾ ਵਿੱਚ ਹੈ, ਨਾਲ ਇਸ ਪਾਵਨ ਪਵਿੱਤਰ ਸਵਈਏ ਦੇ ਵਿਚਾਰ ਨਾਲ ਵੀ ਜੁੜੀਏ। ਅੱਜ ਦਾ ਕੀ ਉਪਦੇਸ਼ ਹੈ, ਪਿਆਰ ਨਾਲ ਸਰਵਣ ਕਰੀਏ ਜੀ। ਸੰਤਤ ਹੀ ਸਤ ਸੰਗਤ ਸੰਗ, ਸੋ ਰੰਗ ਰਤੇ ਜਸ ਗਾਵਤ ਹੈ। ਸੰਤਤ ਦੇ ਅਰਥ ਸੰਸਕ੍ਰਿਤ ਵਿੱਚ ਨੇ ਨਿਰੰਤਰ, ਲਗਾਤਾਰ। ਤੇ ਇਹਦੇ ਕੁਝ ਵਿਦਵਾਨਾਂ ਨੇ ਅਰਥ ਇਹ ਕੀਤੇ ਵੀ ਸੰਤ ਤਹੀ, ਇਹਨੂੰ ਪਦਛੇਦ ਵੀ ਕੀਤਾ। ਪ੍ਰੋਫੈਸਰ ਜਿਹੜੇ ਡਾਕਟਰ ਹਰਵੰਸ ਸਿੰਘ ਪਟਿਆਲੇ ਵਾਲੇ ਹੋਏ, ਉਹ ਕਹਿੰਦੇ ਨਹੀਂ ਸੰਤ ਤਹੀ, ਇਹਨੂੰ ਅਲੱਗ-ਅਲੱਗ ਐਵੇਂ ਪੜੋ ਜਿਵੇਂ
ਸੈਂਕੜਿਆਂ ਵਿੱਚ ਅਰਥ ਕਰ ਦਿੱਤੇ ਤੇ ਕੱਲੇ ਜਪਜੀ ਸਾਹਿਬ ਦੇ 300 ਦੇ ਕਰੀਬ 840 ਦੇ ਕਰੀਬ ਟੀਕੇ ਹੋ ਚੁੱਕੇ ਕੱਲੇ ਜਪਜੀ ਸਾਹਿਬ ਦੇ। ਕਿੰਨੀ ਆਗਾਧ ਬੋਧ ਬਾਣੀ ਹੈ ਤੇ ਜਿਹਨੇ ਵੀ ਕੀਤਾ ਉਹਨੇ ਜਿਹੋ ਜਿਹਾ ਆਪਾਂ ਆਪਣੀ ਬੁੱਧ ਹੈ ਜਿੱਤੀ ਵਰਤਤ ਭਿੰਨ ਭਿੰਨ ਤੋਂ ਜਿਹੋ ਜਿਹਾ ਪ੍ਰਮਾਤਮਾ ਨੇ ਅੰਦਰ ਚਾਨਣ ਬਖਸ਼ਿਆ, ਪ੍ਰਮਾਤਮਾ ਨੇ ਪ੍ਰਕਾਸ਼ ਦਿੱਤਾ, ਸੋਝੀ ਦਿੱਤੀ, ਉਹਨੇ ਉਸ ਹਿਸਾਬ ਨਾਲ ਅਰਥ ਕਰ ਦਿੱਤੇ। ਭਾਈ ਵੀਰ ਸਿੰਘ ਜੀ ਜਦੋਂ ਗੁਰਬਾਣੀ ਦੇ ਅਰਥ ਕਰ ਰਹੇ ਸਨ ਇਹਨਾਂ ਨੇ ਇੱਕ ਪੰਕਤੀ ਦੇ ਅਰਥ ਕਰਨੇ ਵੀ ਆਹ ਅਰਥ ਬਣਦੇ ਆ, ਫਿਰ ਸੋਚਣਾ ਵੀ ਨਹੀਂ ਮਨਾ ਕੀ ਲਿਖ ਦਿੱਤਾ, ਇਹਦਾ ਤਾਂ ਅਰਥ ਕੁਝ ਹੋਰ ਹੈ, ਫਿਰ ਉਹਦੇ ਅਰਥ ਹੋਰ ਕਰਨੇ, ਫਿਰ ਲੱਗਣਾ ਵੀ ਨਹੀਂ ਇਹਦੇ ਅਰਥ ਦਾ ਆ ਬਣਦੇ ਆ, ਫਿਰ ਅਰਥ ਹੋਰ ਕਰਨੇ। ਇੱਕ ਪੰਕਤੀ ਦੇ ਅਰਥ ਕਰਦਿਆਂ ਕਈ ਕਈ ਪੰਨੇ ਲਿਖੇ ਜਾਂਦੇ ਸਨ, ਫਿਰ ਵੀ ਮਨ ਦੀ ਤਸੱਲੀ ਨਹੀਂ ਸੀ ਹੁੰਦੀ ਵੀ ਇਹਦੇ ਅਰਥ ਹੋ ਗਏ। ਇੰਨੀ ਆਗਾਧ ਬੋਧ ਬਾਣੀ ਹੈ। ਖੈਰ ਮੈਂ ਗੱਲ ਨੇੜੇ ਕਰਾਂ, ਸੰਗਤ ਹੀ ਸਤ ਸੰਗਤ ਸੰਗ, ਜਿਹੜੇ ਭਾਈ ਸਤ ਸੰਗਤ ਵਿੱਚ ਬੈਠ ਕੇ ਸਤ ਸੰਗ ਦਾ ਸੰਗ ਕਰਕੇ ਨਿਰੰਤਰ ਸੰਗਤ ਹੀ ਨਿਰੰਤਰ ਸੁਰੰਗ ਰਤੇ ਜਸ ਗਾਵਤ ਹੈ। ਸੁਰੰਗ ਦਾ ਅਰਥ ਹੈ ਸ੍ਰੇਸ਼ਟ, ਜਾਂ ਕਹ ਲੋ ਸੋਹਣੇ ਪ੍ਰਭੂ ਦੇ ਨਾਮ ਨਾਲ ਜੁੜ ਕੇ ਰੰਗ ਰਤੇ ਉਸ ਸ੍ਰੇਸ਼ਟ ਪ੍ਰਮਾਤਮਾ ਦੇ ਨਾਮ ਵਿੱਚ ਰਤੇ ਹੋਏ ਜਸ ਗਾਵਤ ਹੈ। ਜਿਹੜੇ ਸੰਗਤ ਵਿੱਚ ਬੈਠ ਕੇ ਸਤ ਸੰਗ ਰਾਹੀਂ ਉਸ ਪ੍ਰਮਾਤਮਾ ਦੇ ਸ੍ਰੇਸ਼ਟ ਨਾਮ ਨਾਲ ਆਪਣੇ ਮਨ ਨੂੰ ਰੰਗ ਕੇ ਦਿਨ ਰਾਤ ਜਿਹੜੇ ਉਹਦੇ ਗੁਣ ਗਾ ਰਹੇ ਨੇ, ਉਹਦਾ ਜਸ ਗਾਇਨ ਕਰ ਰਹੇ ਨੇ, ਉਹ ਵਡਭਾਗੇ ਹਨ, ਉਹ ਧੰਨਤਾ ਦੇ ਯੋਗ ਹਨ। ਜਾਂ ਇਉਂ ਕਿਹਾ ਹੈ ਜਿਹੜੇ ਸਤ ਸੰਗ ਵਿੱਚ ਬੈਠ ਕੇ ਨਾਮ ਜਪ ਰਹੇ ਆ ਉਹ ਇੱਕ ਦਿਨ ਸੰਤ ਬਣ ਗਏ, ਉਹ ਗੁਰਮੁਖ ਬਣ ਗਏ, ਉਹ ਰੱਬ ਦੇ ਪਿਆਰੇ ਬਣ ਗਏ। ਸੰਤ ਦਾ ਅਰਥ ਹੈ ਸੰਤ ਭਾਵ ਸ਼ਾਂਤੀ ਦਾ ਅੰਤ, ਜਿੱਥੋਂ ਅੱਗੇ ਜਾ ਕੇ ਸ਼ਾਂਤੀ ਦੀ ਗੱਲ ਮੁੱਕ ਜਾਏ। ਸੰਤ ਉਹ ਹੁੰਦਾ ਜਿਹਦੀ ਜ਼ਿੰਦਗੀ ਸ਼ਾਂਤੀ ਨਾਲ ਭਰ ਜਾਏ। ਸੰਤ ਉਹ ਹੁੰਦਾ ਜਿਹਦੇ ਦਰਸ਼ਨ ਕਰਿਆ ਮਨ ਨੂੰ ਸ਼ਾਂਤੀ ਮਿਲ ਜਾਏ। ਸਾਧ ਕੇ ਸੰਗ ਨਹੀਂ ਕਛਕਾਲ ਦਰਸ਼ਨ ਭੇਟਤ ਬਹੁਤ ਨਿਹਾਲ। ਸੰਤ ਉਹ ਹੈ ਜਿਹਦੇ ਦਰਸ਼ਨ ਕਰਕੇ ਤਨ ਮਨ ਨਿਹਾਲ ਹੋ ਜਾਏ, ਅੰਦਰ ਪ੍ਰਮਾਤਮਾ ਦੇ ਨਾਮ ਦੀ ਗੱਲ ਚੱਲ ਪਏ। ਸੰਤ ਉਹ ਹੁੰਦਾ ਹੈ ਜਿਹਦੇ ਦਰਸ਼ਨ ਕੀਤਿਆਂ ਪ੍ਰਮਾਤਮਾ ਯਾਦ ਆ ਜਾਏ। ਇਹ ਸੰਤ ਦੀ ਨਿਸ਼ਾਨੀ ਹੈ। ਇਹੋ ਜਿਹੇ ਸੰਤਾਂ ਦੀ ਘਾਟ ਸਤ ਸੰਗ ਵਿੱਚ ਘੜੀ ਜਾਂਦੀ ਹੈ, ਜਿਹੜੇ ਦਿਨ ਰਾਤ ਉਸ ਸ੍ਰੇਸ਼ਟ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਤੇ ਉਸ ਪ੍ਰਮਾਤਮਾ ਦੇ ਆਪਣੇ ਮਨ ਨੂੰ ਰੰਗ ਕੇ ਉਹਦਾ ਜਸ ਗਾਇਨ ਕਰ ਰਹੇ ਹਨ। ਧਰਮ ਪੰਥ ਧਰਿਓ ਧਰਨੀ ਧਾਰਿਆ ਰਹੇ ਲਿਵਤਾਰ ਨਾ ਧਾਵਤ ਹੈ। ਧਰਮ ਪੰਥ ਧਰਿਓ, ਧਰਮ ਪੰਥ ਧਰਿਓ, ਧਰਨੀ ਧਰ ਆਪ, ਧਰਨੀ ਧਰ ਇਹ ਇਕੱਠਾ ਪਾਠ ਹੈ। ਧਰਨੀ ਦਾ ਅਰਥ ਹੁੰਦਾ ਧਰਤੀ, ਧਰ ਦਾ ਅਰਥ ਹੁੰਦਾ ਆਸਰਾ। ਜਿਹੜਾ ਧਰਤੀ ਦਾ ਆਸਰਾ ਪ੍ਰਮਾਤਮਾ ਆਪ ਹੈ। ਇਹ ਅੱਜ ਜਿਹੜਾ ਪੰਥ ਹੈ ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਦਾ, ਉਸ ਪ੍ਰਮਾਤਮਾ ਨੇ ਆਪਣੀ ਮਰਜ਼ੀ ਨਾਲ ਚਲਾਇਆ। ਇਹ ਕਿਸੇ ਦੀ ਮਰਜ਼ੀ ਨਾਲ ਨਹੀਂ, ਉਹਨੇ ਆਪਣੀ ਮਰਜ਼ੀ ਨਾਲ ਚਲਾਇਆ ਹੈ। ਪ੍ਰਮਾਤਮਾ ਦੇ ਹੁਕਮ ਵਿੱਚ ਚੱਲਿਆ। ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਠਾੜ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ। ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਜੇ ਤੂੰ ਸਹਾਇਤਾ ਕਰੇਗਾ ਪ੍ਰਮਾਤਮਾ, ਪੰਥ ਤਾਂ ਚੱਲਣਾ ਨਹੀਂ। ਮੇਰੇ ਵੱਸ ਦੀ ਗੱਲ ਨਹੀਂ, ਮੇਰੇ ਵੱਸ ਦੀ ਬਾਤ ਨਹੀਂ। ਜਿਸ ਪੰਥ ਦੀ ਤੁਸੀਂ ਗੱਲ ਕਰ ਰਹੇ ਹੋ, ਜਿਸ ਪੰਥ ਵਿੱਚ ਸਾਨੂੰ ਜਨਮ ਮਿਲਿਆ, ਜਿਸ ਗੁਰੂ ਰਾਮਦਾਸ ਪਾਤਸ਼ਾਹ ਦੇ ਪੰਥ ਵਿੱਚ ਘਰ ਵਿੱਚ ਅਸੀਂ ਬੈਠੇ ਹਾਂ, ਇਹ ਉਸ ਧਰਤੀ ਦੇ ਮਾਲਕ ਪ੍ਰਮਾਤਮਾ ਨੇ ਆਪਣੀ ਮਰਜ਼ੀ ਨਾਲ ਸਾਜਿਆ ਹੈ। ਇਸ ਪੰਥ ਨੂੰ ਉਹਨੇ ਹੋਂਦ ਵਿੱਚ ਲੈ ਕੇ ਆਂਦਾ ਉਸ ਪ੍ਰਮਾਤਮਾ ਦੀ ਮਰਜ਼ੀ ਦੇ ਨਾਲ। ਤਾਂ ਹੀ ਗਿਆਨਾ ਪਾਤਸ਼ਾਹ ਨੇ 3 ਜਾਣਿਆਂ ਵਾਸਤੇ ਪ੍ਰਗਟ ਸ਼ਬਦ ਆਇਆ। ਇੱਕ ਤਾਂ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਹੜੀ ਚੀਜ਼ ਪ੍ਰਗਟ ਹੁੰਦੀ ਹੈ ਨਾ, ਉਹਦੇ ਪ੍ਰਗਟ ਦੇ ਅਰਥ ਇਹ ਨੇ ਕਿ ਇਹ ਚੀਜ਼ ਪਹਿਲਾਂ ਵੀ ਮੌਜੂਦ ਸੀ, ਹੁਣ ਪ੍ਰਗਟ ਹੋ ਗਈ ਤੇ ਅੱਜ ਵੀ ਮੌਜੂਦ ਹੈ, ਹੁਣ ਅਲੋਪ ਹੋ ਗਈ। ਜਨਮ ਤੇ ਮਰਨ ਤੋਂ ਬਾਅਦ ਹੈ, ਜਿਹਦਾ ਜਨਮ ਹੈ ਉਹਦੀ ਤਾਂ ਮੌਤ ਖਤਮ ਹੋ ਗਿਆ। ਪਰ ਜਿਹੜੀ ਜੋਤ ਹੈ ਇਹ ਖਤਮ ਨਹੀਂ ਹੁੰਦੀ, ਇਹ ਅਲੋਪ ਹੋ ਜਾਂਦੀ ਹੈ, ਕਦੇ ਪ੍ਰਗਟ ਹੋ ਜਾਂਦੀ ਹੈ। ਦੂਸਰਾ ਸ਼ਬਦ ਵਾਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਤਾਂ ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਨੇ। ਤੇ ਤੀਸਰਾ ਸੀ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਆ ਜਿਹੜਾ ਖਾਲਸਾ ਪੰਥ ਹੈ ਭਾਈ, ਇਹ ਵੀ ਪਰਮਾਤਮਾ ਨੇ ਆਪਣੀ ਮੌਜ ਵਿੱਚ ਸਾਜਿਆ, ਉਹਦੀ ਮੌਜ ਵਿੱਚ ਪ੍ਰਗਟ ਹੋਇਆ, ਉਸ ਅਕਾਲ ਪੁਰਖ ਦੀ ਮੌਜ ਵਿੱਚ ਪ੍ਰਗਟ ਹੋਇਆ ਹੈ। ਤੇ ਇਹੋ ਜਿਹੇ ਧਰਤੀ ਦੇ ਆਸਰੇ ਪਰਮਾਤਮਾ ਦੀ ਮਰਜ਼ੀ ਵਿੱਚ ਚੱਲੇ ਹੋਏ ਪੰਥ ਦੀ ਸਤ ਸੰਗ ਵਿੱਚ ਬੈਠ ਕੇ ਬੇਅੰਤ ਗੁਰਮੁਖ ਜਨ ਰਹੇ ਲਿਵਤਾਰ, ਉਹ ਆਪਣੀ ਬਿਰਤੀ ਨੂੰ ਜੋੜ ਕੇ ਬੈਠੇ ਹਨ, ਨਿਰੰਤਰ ਬੈਠੇ ਹਨ, ਇੱਕ ਰਸ ਬੈਠੇ ਹਨ, ਇੱਕ ਸਾਖਤਾ ਵਿੱਚ ਬੈਠੇ ਹਨ। ਉੱਥੇ ਵਿਛੋੜਾ ਨਹੀਂ, ਉਹਨਾਂ ਦੇ ਤਾਂ ਦਮ ਸਦਾ ਸੰਭਾਲਦਾ, ਦਮ ਨਾ ਮਿਰਥਾ ਜਾਏ। ਇੱਕ ਵੀ ਦਮ, ਇੱਕ ਸਵਾਸ ਵਿਅਰਥ ਨਹੀਂ, ਇੱਕ ਰਸ, ਇੱਕ ਸਾਖਤਾ ਵਿੱਚ ਉਹਦੇ ਨਾਲ ਲਿਵ ਜੋੜੀ ਬੈਠਿਆ।
ਨਾ ਧਾਵਤ ਹੈ। ਧਾਵਤ ਦਾ ਅਰਥ ਹੁੰਦਾ ਭਟਕਣਾ। ਉਹਨਾਂ ਦਾ ਮਨ ਹੁਣ ਕਿਤੇ ਨਹੀਂ ਭਟਕਦਾ, ਕਿਉਂਕਿ ਪਰਮਾਤਮਾ ਦੇ ਸ੍ਰੇਸ਼ਟ ਨਾਮ ਨਾਲ ਉਹਨਾਂ ਦਾ ਮਨ ਜੁੜਿਆ ਪਿਆ ਹੈ। ਮਥੁਰਾ ਭਾਨ ਭਾਗ ਭਲੇ ਉਨਕੇ, ਮਨ ਇਛਤ ਹੀ ਫਲ ਪਾਵਤ ਹੈ। ਭੱਟ ਮਥੁਰਾ ਜੀ ਨੂੰ ਕਹਿ ਰਹੇ ਨੇ ਕਿ ਮਥੁਰਾ ਤੂੰ ਆਖ ਦੁਨੀਆ ਨੂੰ ਦੱਸ ਕਿ ਉਹਨਾਂ ਦੇ ਵੱਡੇ ਭਾਗ ਹਨ, ਉਹਨਾਂ ਦੇ ਭਾਗ ਜਿਹੜੇ ਉਹ ਚੰਗੇ ਹਨ। ਗੁਰਬਾਣੀ ਕਰਮਾਂ ਦੀ ਗੱਲ ਵੀ ਕਰ ਰਹੀ ਹੈ, ਭਾਗਾਂ ਦੀ ਗੱਲ ਵੀ ਕਰ ਰਹੀ ਹੈ। ਕਰਮੀ ਕਰਮੀ ਹੋਏ ਵਿਚਾਰ ਸੱਚਾ, ਆਪ ਸੱਚਾ ਦਰਬਾਰ। ਚੰਗਿਆਈਆਂ ਬੁਰਾਈਆਂ ਵਾਜਾ ਧਰਮੋਂ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਦ ਤੱਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆ ਪ੍ਰਸਵੇ ਰੋਗ। ਕਿਤੇ ਮਾਰੇ ਕਰਿਆ ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੈ ਅਵਰ ਜਨਾ। ਕਰਮਾਂ ਦੀ ਗੱਲ ਵੀ ਹੈ ਤੇ ਭਾਗਾਂ ਦੀ ਗੱਲ ਵੀ ਹੈ। ਕਰਮ ਤੇ ਭਾਗ ਦੀ ਗੱਲ ਨੂੰ ਗੁਰਬਾਣੀ ਨਾਲ ਲੈ ਕੇ ਚੱਲਦੀ ਆ। ਤੇ ਅੱਜ ਮਥੁਰਾ ਭਾਗ ਭੱਟ ਸਾਹਿਬ ਕਹਿ ਰਹੇ ਨੇ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਤੂੰ ਆਖ ਦੁਨੀਆ ਨੂੰ ਦੱਸ। ਵਿਆਕਰਨ ਮੁਤਾਬਕ ਇਹਦੇ ਅਰਥ ਇਹ ਬਣਦੇ ਆ ਕਿ ਭੱਟ ਮਥੁਰਾ ਤੂੰ ਆਖ ਕਿ ਜਿਹੜੇ ਸੰਗਤ ਵਿੱਚ ਆਉਣ ਉਹਨਾਂ ਦੇ ਵੱਡੇ ਭਾਗ ਹੁੰਦੇ ਨੇ। ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਪ੍ਰਮ ਚੋਟਾ ਖਾਵੈ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪ੍ਰੀਜਾ ਜਿਉ। ਬਿਨ ਭਾਗਾ ਅੱਜ ਜਿੰਨੇ ਵੀ ਸੰਗਤ ਵਿੱਚ ਬੈਠੇ ਹੋ ਭਾਈ, ਇਹ ਨਾ ਸੋਚ ਲੈਣਾ ਵੀ ਅਸੀਂ ਐਵੇਂ ਹੀ ਆ ਗਏ ਜਾਂ ਸਮਾਂ ਸੀ ਤਾਂ ਆ ਗਏ। ਤੁਹਾਡੇ ਭਾਗਾਂ ਵਿੱਚ ਇਹ ਸਤਸੰਗ ਦੀਆਂ ਘੜੀਆਂ ਲਿਖੀਆਂ ਸੀ ਤਾਂ ਤੁਸੀਂ ਆਏ, ਔਰ ਉਸ ਸੰਗਤ ਵਿੱਚ ਆਇਓ ਜਿਹਨੂੰ ਮਹਾਰਾਜ ਕਹਿੰਦੇ ਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਤੁਸੀਂ ਉਸ ਸੰਗਤ ਵਿੱਚ ਬੈਠੇ ਹੋ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਉਸ ਸੰਗਤ ਵਿੱਚ ਬੈਠੇ ਹੋ ਜਿਸ ਸੰਗਤ ਵਿੱਚ ਆਇਆ ਬਿਨਾਂ ਕੋਈ ਭਵ ਸਾਗਰ ਤੋਂ ਬਾਹਰ ਹੀ ਨਹੀਂ ਹੋ ਸਕਦਾ। ਇੱਥੇ ਬੈਠ ਕੇ ਵੱਡੇ ਵੱਡੇ ਪਾਪੀ ਤਰ ਗਏ, ਚੋਰ ਤਰ ਗਏ, ਠੱਗ ਤਰ ਗਏ। ਇੱਥੇ ਆ ਕੇ ਬੜੇ ਵੱਡੇ ਨਾਸਤਕ ਤਰ ਗਏ। ਧੰਨ ਗੁਰੂ ਨਾਨਕ ਸਾਹਿਬ ਦੀ ਜਿਨ੍ਹਾਂ ਨੇ ਭਾਵੇਂ ਇੱਕ ਪਲ ਲਈ ਸੰਗਤ ਕੀਤੀ, ਇੱਕ ਖਿਣ ਵਾਸਤੇ ਸੰਗਤ ਕੀਤੀ, ਗੁਰੂ ਨਾਨਕ ਜੀ ਨੇ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਭਰਿਆ ਰੇ। ਇੱਕ ਪਲ ਇੱਕ ਖਿਣ ਸਤ ਸੰਗ ਗੁਰੂ ਨਾਨਕ ਦੀ ਕਰਨ ਵਾਲੇ ਵੀ ਤਰ ਗਏ। ਉਹਨਾਂ ਨੂੰ ਵੀ ਜੀਵਨ ਮੁਕਤੀ ਮਿਲ ਗਈ। ਭਾਵੇਂ ਉਹ ਸੱਜਣ ਠੱਗ ਹੋਵੇ, ਭੂਮੀਆ ਚੋਰ ਹੋਵੇ, ਕੋਡਾ ਰਾਖਸ਼ ਹੋਵੇ, ਨੂਰਸ਼ਾ ਜਾਦੂ ਕਰਨੀ ਹੋਵੇ, ਭਾਵੇਂ ਉਹ ਬਲੀ ਕਤਾਰੀ ਹੋਵੇ ਤੇ ਮਲਕ ਭਾਗੋ ਹੋਵੇ, ਜਿਹਨੇ ਸਤ ਸੰਗ ਕੀਤੀ ਉਹ ਤਰ ਗਏ, ਉਹ ਜੁੜ ਗਏ, ਉਹ ਸਫਲ ਹੋ ਗਏ। ਐਸੀ ਬਰਕਤ ਹੈ ਇੱਥੇ। ਭਾਗਾਂ ਦੀ ਗੱਲ ਤਾਂ ਇਵੇਂ ਆ ਜਿਵੇਂ ਮੋਰ ਦੇ ਅੱਖਰ ਪੁੱਠੇ ਨੇ, ਉਹ ਕਾਗਜ਼ ਤੇ ਲਾਓ ਤਾਂ ਸਿੱਧੇ ਹੁੰਦੇ ਨੇ। ਸਾਡੇ ਮਸਤਕ ਭਾਗਾਂ ਵਿੱਚ ਜੋ ਲਿਖਿਆ ਹੋਵੇ, ਸਤਿਗੁਰੂ ਐਡੇ ਬਖਸ਼ੰਦ ਨੇ, ਇੱਕ ਵਾਰ ਗੁਰੂ ਆਪਣੀ ਰਹਿਮਤ ਵਰਤਾ ਦੇ ਉਹ ਪੁੱਠੇ ਲੇਖਾਂ ਨੂੰ ਸਿੱਧੇ ਕਰ ਦਿੰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਇੱਕ ਮਾਈ ਆਈ ਸੁਲੱਖਣੀ ਚੱਬੇ ਪਿੰਡ ਤੋਂ। ਉਹਨੇ ਬੜੇ ਪਿਆਰ ਵਿੱਚ ਸ਼ਬਦ ਜਿਹੜੇ ਅਰਦਾਸ ਰੂਪ ਵਿੱਚ ਗਏ, ਕਹਿਣ ਲੱਗੇ ਸੋਹਣੀਏ ਦਾੜੀਏ ਚਿੱਟੀਏ ਪੱਗੇ, ਤੇ ਕਹਿਣ ਲੱਗੇ ਸੋਹਣੀਏ ਦਾੜੀਏ ਚਿੱਟੀਏ ਪੱਗੇ, ਨਾਮ ਸੁਲੱਖਣੀ ਪਿੰਡ ਹੈ ਚੱਬੇ। ਬਿਨੋ ਕਰੇਂਦੀ ਸਤਿਗੁਰ ਅੱਗੇ, ਮੈਨੂੰ ਅਫੜ ਜਾਂਦੀ ਨੂੰ ਕੋਈ ਤਾਂ ਫੜ ਲੱਗੇ। ਮੇਰੇ ਘਰ ਔਲਾਦ ਨਹੀਂ, ਮੇਰੇ ਭਾਗਾਂ 'ਚ ਸੰਤਾਨ ਨਹੀਂ, ਮੈਨੂੰ ਅਫੜ ਜਾਂਦੀ ਨੂੰ ਕੋਈ ਪੁੱਤਰ ਦੀ ਦਾਤ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਤੱਕਿਆ ਤੇ ਚਾਰ ਸਵੇਰੇ ਦੇਖਿਆ, ਧਿਆਨ ਲਾ ਕੇ ਵੇਖਿਆ। ਮਹਾਰਾਜ ਕਹਿੰਦੇ ਮਾਈ ਤੇਰੇ ਭਾਗਾਂ ਵਿੱਚ ਪੁੱਤਰ ਨਹੀਂ ਹੈ, ਤੇਰੇ ਭਾਗਾਂ ਵਿੱਚ ਸੰਤਾਨ ਨਹੀਂ। ਉਹਨੂੰ ਨਹੀਂ ਸੀ ਪਤਾ, ਕਿਸੇ ਦੇ ਕਹਿਣ ਤੇ ਆਈ ਸੀ, ਵਾਪਸ ਚੱਲੀ। ਅੱਗੇ ਗੁਰੂ ਪਿਆਰੇ ਭਾਈ ਗੁਰਦਾਸ ਵਰਗੇ ਮਿਲੇ, ਭਾਈ ਬੁੱਢਾ ਸਾਹਿਬ ਵਰਗੇ ਨੇ। ਉਹਨਾਂ ਪੁੱਛਿਆ ਮਾਈ ਕਿਵੇਂ ਆਈ? ਕਹਿਣ ਲੱਗੀ ਮੇਰੇ ਘਰ ਸੰਤਾਨ ਨਹੀਂ, ਉਹਦੀ ਦਾਤ ਮੰਗਣ ਆਈ ਸਾਂ। ਕਹਿੰਦੇ ਗੁਰੂ ਨੇ ਕੀ ਕਿਹਾ? ਕਹਿਣ ਲੱਗੇ ਗੁਰੂ ਨੇ ਤਾਂ ਕਿਹਾ ਤੇਰੇ ਭਾਗਾਂ ਵਿੱਚ ਸੰਤਾਨ ਹੀ ਨਹੀਂ। ਫਿਰ ਤੂੰ ਕੀ ਕਿਹਾ? ਕਹਿਣ ਲੱਗੀ ਮੈਂ ਚੁੱਪ ਕਰਕੇ ਘਰ ਚੱਲੀ ਆ, ਮੈਂ ਕੀ ਕਹਿਣਾ ਸੀ? ਤੇ ਭਾਈ ਬੁੱਢਾ ਸਾਹਿਬ, ਬਾਬਾ ਬੁੱਢਾ ਸਾਹਿਬ ਨੇ ਕਿਹਾ ਮਾਂ ਤੂੰ ਵਾਪਸ ਨਾ ਜਾ, ਆ ਲੈ ਕਾਗਜ਼ ਕਲਮ ਦਵਾਤ ਨਾਲ ਲੈ ਕੇ ਜਾ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਿਮਰਤਾ ਨਾਲ ਕਹੇ ਪਾਤਸ਼ਾਹ ਉੱਥੇ ਵੀ ਲਿਖਣ ਵਾਲਾ ਤੂੰ ਹੈ, ਇੱਥੇ ਵੀ ਲਿਖਣ ਵਾਲਾ ਤੂੰ ਹੈ। ਜੇ ਉੱਥੇ ਲਿਖਣਾ ਭੁੱਲ ਗਏ ਹੁਣ ਲਿਖ ਦੇ, ਹੁਣ ਮੇਰੇ ਭਾਗਾਂ 'ਚ ਲਿਖ ਦੋ ਜੋ ਉੱਥੇ ਭੁੱਲ ਗਏ। ਕਹਿੰਦੇ ਨੇ ਉਹ ਕਾਗਜ਼ ਕਲਮ ਫੜਾਇਆ, ਤਾਂ ਗੁਰੂ ਹਰਗੋਬਿੰਦ ਸਾਹਿਬ ਨੇ 7 ਲਿਖਿਆ। ਉਸ ਬੀਬੀ ਦੇ ਘਰ 7 ਪੁੱਤਰ ਹੋਏ। ਇਹ ਭਾਗਾਂ ਦੀ ਗੱਲ ਹੈ ਭਾਈ। ਸਤਿਗੁਰੂ ਭਾਗ ਬਦਲਦੇ ਨੇ, ਲੇਖ ਬਦਲਦੇ ਨੇ, ਮੁਕੱਦਰ ਬਦਲਦੇ ਨੇ। ਜਿਹੜੇ ਕਹਿੰਦੇ ਸਨ ਅਸੀਂ ਤਾਂ ਪਾਪੀ ਬਹੁਤ ਆ, ਸਾਡਾ ਕੀ ਬਣਨਾ? ਮਹਾਰਾਜ ਕਹਿੰਦੇ ਮੇਰੇ ਕੋਲ ਆ ਇੱਥੇ ਇੱਕ ਖਿਣ ਵਿੱਚ ਜਿਵੇਂ ਇੱਕ ਅੱਗ ਦੀ ਚੰਗਿਆਰੀ ਲੱਖਾਂ ਮਣ ਸੈਂਕੜੇ ਜਿਹੜੇ ਹੈਗੀਆਂ ਲੱਕੜਾਂ ਨੂੰ ਸਾੜ ਕੇ ਰਾਖ ਕਰ ਦਿੰਦੀ ਆ। ਤੇ ਇਸੇ ਤਰ੍ਹਾਂ ਗੁਰੂ ਦੇ ਬਖਸ਼ਿਸ਼ ਦੀ ਨਾਮ ਦੀ ਇੱਕ ਕਣੀ, ਇੱਕ ਨਾਮ ਦਾ ਕਿਣਕਾ ਲੱਖਾਂ
ਕਰੋੜਾਂ ਜਨਮਾਂ ਦੇ ਪਾਪਾਂ ਨੂੰ ਸਾੜ ਕੇ ਕਿੱਥੇ ਨੂੰ ਵਿੱਚ ਰਾਖ ਕਰ ਦਿੰਦਾ। ਇੱਥੇ ਬਖਸ਼ਿਸ਼ ਇਵੇਂ ਵਰਤਦੀ ਆ, ਮਧੁਰਾਪਨ ਭਾਗ ਭਲੇ ਉਨਕੇ, ਉਹਨਾਂ ਦੇ ਭਾਈ ਚੰਗੇ ਭਾਗ ਨੇ, ਚੰਗੇ ਕਰਮ ਨੇ, ਜਿਹੜੇ ਗੁਰ ਸੰਗਤ ਵਿੱਚ ਆਉਂਦੇ ਆ, ਜਿਹੜੇ ਉਸ ਪਰਮਾਤਮਾ ਦੇ ਸਾਜੇ ਹੋਏ ਪੰਥ ਗੁਰੂ ਦੀ ਸੰਗਤ ਵਿੱਚ ਆਉਂਦੇ ਹਨ। ਤੇ ਸੰਗਤ ਵਿੱਚ ਆ ਕੇ ਹੋਰ ਕੀ ਮਿਲਦਾ ਹੈ? ਮਨ ਇੱਛਤ ਹੀ ਫਲ ਪਾਵਤ ਹੈ। ਇੱਥੇ ਬੈਠ ਕੇ ਮਨ ਇੱਛਤ, ਜਿਹੜੇ ਜਿਹੜੇ ਮਨ ਦੀਆਂ ਇੱਛਾਵਾਂ ਨੇ, ਮਨ ਵਿੱਚ ਜਿਹੜੇ ਫਲਾਂ ਲਈ ਅਸੀਂ ਸੋਚਦੇ ਹਾਂ ਕਿ ਆ ਵੀ ਮਿਲੇ ਉਹ ਵੀ ਮਿਲੇ, ਮਨ ਇੱਛਤ ਫਲਾਂ ਦੀ ਦਾਤ ਮਿਲਦੀ ਆ। ਉਹ ਚੰਗੇ ਗੁਰਮੁਖ ਨੇ ਜਿਹੜੇ ਸੰਗਤ ਵਿੱਚ ਬੈਠ ਕੇ ਗੁਰੂ ਤੋਂ ਗੁਰੂ ਨੂੰ ਮੰਗ ਲੈਂਦੇ ਆ। ਉਹਨਾਂ ਦੇ ਵੱਡੇ ਭਾਗ ਆ ਜਿਹੜੇ ਸੰਗਤ ਵਿੱਚ ਬੈਠ ਕੇ ਗੁਰੂ ਤੋਂ ਪਰਮਾਤਮਾ ਦਾ ਨਾਮ ਮੰਗ ਕੇ ਆਪਣਾ ਜੀਵਨ ਸਫਲ ਕਰ ਜਾਂਦੇ ਆ ਤੇ ਆਪਣੇ ਆਪ ਨੂੰ ਵਡਭਾਗਾ ਸਮਝ ਜਾਂਦੇ ਨੇ। ਤੇ ਸੰਗਤ ਵਿੱਚ ਬੈਠਣ ਵਾਲਿਆਂ ਲਈ ਇੱਕ ਬਚਨ ਹੋਰ ਬੜੇ ਕਮਾਲ ਦਾ ਕੀਤਾ ਹੈ ਭੱਟ ਸਾਹਿਬਾਨ ਨੇ। ਆਓ ਉਹਨੂੰ ਪਿਆਰ ਨਾਲ ਸਰਵਣ ਕਰੀਏ ਜੀ। ਰਵ ਕੀ ਸੁਧ ਕੋ ਤਿਨ ਤਰਾਸ ਕਹਾ, ਜੋ ਚਰਨ ਗੁਰੂ ਚਿਤ ਲਾਵਤ ਹੈ। ਚਰਨ ਦਾ ਅਰਥ ਹੁੰਦਾ ਚਰਨ। ਜਿਨ੍ਹਾਂ ਨੇ ਭਾਈ ਆਪਣਾ ਚਿੱਤ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਲਿਆ ਨਾ, ਜਿਹੜੇ ਗੁਰਮੁਖਾਂ ਨੇ ਆਪਣਾ ਚਿੱਤ ਗੁਰੂ ਰਾਮਦਾਸ ਦੇ ਦਰ ਘਰ ਸ਼ਬਦ ਨਾਲ, ਗੁਰੂ ਦੇ ਚਰਨ ਕੀ ਨੇ? ਗੁਰੂ ਦਾ ਸ਼ਬਦ, ਗੁਰੂ ਦੇ ਸ਼ਬਦ ਦੇ ਚਰਨਾਂ ਨਾਲ ਜਿਨ੍ਹਾਂ ਨੇ ਚਿੱਤ ਜੋੜ ਲਿਆ, ਫਿਰ ਰੱਬ ਕੇ ਸੁੱਤ ਕੋ, ਰੱਬ ਦਾ ਅਰਥ ਹੁੰਦਾ ਸੂਰਜ, ਸੁੱਤ ਦਾ ਅਰਥ ਹੈ ਪੁੱਤਰ, ਤੇ ਉਹਦਾ ਪੁੱਤਰ ਹੈ ਧਰਮਰਾਜ। ਸੂਰਜ ਦੇ ਪੁੱਤਰ ਧਰਮਰਾਜ ਦਾ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ। ਵੈਸੇ ਪ੍ਰਮਾਣਿਕ ਜਿਹੜੀਆਂ ਕਥਾਵਾਂ ਨੇ, ਇੱਕ ਮਿਥਿਓਲੋਜੀ ਵਿੱਚੋਂ ਨਿਕਲੀਆਂ ਕਥਾਵਾਂ ਕਿ ਸੂਰਜ ਦਾ ਦੇਖੋ ਇੱਕ ਬਹੁਤ ਵੱਡਾ ਅੱਗ ਦਾ ਗੋਲਾ ਹੈ ਜਿਹਦਾ ਆਕਾਰ ਧਰਤੀ ਤੋਂ ਕਈ ਗੁਣੇ ਵੱਡਾ। ਹੁਣ ਉਹਨੇ ਕਿਹਦੇ ਨਾਲ ਵਿਆਹ ਕਰਾਇਆ, ਕਿਹੜਾ ਉਹਦੇ ਪੁੱਤਰ ਹੋਇਆ? ਲੇਕਿਨ ਇੱਕ ਪ੍ਰਮਾਣਿਕ ਕਥਾਵਾਂ ਸ਼ੁਰੂ ਹੋ ਗਈਆਂ ਕਿ ਸੂਰਜ ਦਾ ਵੀ ਵਿਆਹ ਹੋਇਆ, ਧਰਮਰਾਜ ਉਹਦਾ ਪੁੱਤਰ ਹੈ। ਪਰ ਮਹਾਰਾਜ ਕਹਿ ਰਿਹਾ ਜੀ, ਭੱਟ ਸਾਹਿਬਾਨ ਕਹਿ ਰਿਹਾ, ਜਿਹੜੇ ਗੁਰੂ ਚਰਨਾਂ ਨਾਲ ਜੁੜ ਜਾਂਦੇ ਆ ਉਹਨਾਂ ਨੂੰ ਦੁਨੀਆ ਦੇ ਆ ਜਿਹੜੇ ਹੈਗੇ ਨੇ ਧਰਮਰਾਜ, ਜਿਨ੍ਹਾਂ ਨੂੰ ਦੁਨੀਆ ਕਹਿ ਰਹੀ ਆ ਸੂਰਜ ਦੇ ਪੁੱਤਰ ਨੂੰ ਜਿਹੜੇ ਲੋਕ ਮੰਨ ਰਹੇ ਆ, ਉਹਦਾ ਵੀ ਡਰ ਗੁਰੂ ਚਰਨਾਂ ਨਾਲ ਜੁੜਿਆ ਹੋਇਆਂ ਨੂੰ ਨਹੀਂ ਰਹਿੰਦਾ। ਉਹਦਾ ਵੀ ਡਰ ਗੁਰੂ ਪਰਮਾਤਮਾ ਨਾਲ ਜੁੜਿਆ ਹੋਇਆਂ ਨੂੰ ਨਹੀਂ ਰਹਿੰਦਾ। ਮਾਨਸ ਕੀ ਕਹੋ ਕੇਤਕ ਬਾਤ, ਜਮ ਤੇ ਰੱਖੇ ਦੇ ਕਰ ਹੱਥ, ਤੇ ਉਹਦਾ ਉਹ ਜਮਾਂ ਤੋਂ ਵੀ ਪਰਮਾਤਮਾ ਹੱਥ ਦੇ ਕੇ ਰੱਖ ਲੈਂਦਾ ਹੈ। ਇਸੇ ਕਰਕੇ ਲੋਕ ਸੂਰਜ ਨੂੰ ਪਾਣੀ ਵੀ ਦਿੰਦੇ ਆ। ਕਿਉਂ ਦਿੰਦੇ ਆ? ਉਹਨਾਂ ਨੂੰ ਪਤਾ ਲੱਗਿਆ ਵੀ ਧਰਮ ਰਾਜਾ ਸੂਰਜ ਦਾ ਪੁੱਤਰ ਹੈ ਤੇ ਸਾਡੇ ਬੇਬੇ ਬਾਬੂ ਧਰਮ ਰਾਜੇ ਦੇ ਉਹਨਾਂ ਦੀ ਤਰੀਕ ਪੈਣੀ ਆ, ਪੇਸ਼ੀ ਹੋਣੀ ਆ। ਉਹ ਸੂਰਜ ਨੂੰ ਪਾਣੀ ਦੇ ਕੇ ਕਹਿ ਰਿਹਾ ਵੀ ਤੇਰੇ ਪੁੱਤ ਕੋਲ ਸਾਡੇ ਮਾਪਿਆਂ ਦੀ ਪੇਸ਼ੀ ਆ, ਉਹਨੂੰ ਕਈ ਖਿਆਲ ਰੱਖ ਲਓ। ਲੋਕਾਂ ਭਾਵਨਾ ਕਰਕੇ ਪਾਣੀ ਦੇ ਰਿਹਾ ਵੀ ਤੇਰੇ ਪੁੱਤ ਕਿਹੜੇ ਪੇਸ਼ੀ ਪੈਣੀ ਆ, ਉਹਦਾ ਖਿਆਲ ਰੱਖ ਲੈ। ਚੰਗੇ ਨੇ ਫਿਰ ਵੀ ਜਿਹੜੇ ਮਰਨ ਤੋਂ ਬਾਅਦ ਵੀ ਮਾਪਿਆਂ ਦਾ ਖਿਆਲ ਰੱਖਦੇ ਆ। ਇੱਕ ਸਾਡੇ ਵਿੱਚ ਵੀ ਇਹੋ ਜਿਹੇ ਲੋਕ ਪੈਦਾ ਹੋ ਗਏ ਜਿਹੜੇ ਜਿਉਂਦੇ ਜੀ ਮਾਪਿਆਂ ਨੂੰ ਬਿਰਧ ਆਸ਼ਰਮਾਂ 'ਚ ਛੱਡਿਆ। ਉਹਨਾਂ ਦੇ ਘਰਾਂ ਵਿੱਚ ਰੱਖਣ ਲਈ ਇੱਕ ਮੰਜੀ ਜੋਗੀ ਥਾਂ ਨਹੀਂ ਰਹਿੰਦੀ। ਇਹ ਇੱਕ ਕਲੰਕ ਹੈ ਸਾਡੇ ਦੇਸ਼ ਦੇ ਮੱਥੇ ਦੇ ਉੱਤੇ, ਸਾਡੀ ਸੰਸਕ੍ਰਿਤੀ ਦੇ ਮੱਥੇ, ਸਾਡੇ ਕਲਚਰ ਦੇ ਮੱਥੇ ਉੱਤੇ। ਸਾਨੂੰ ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਗੁਰਦੇਵ ਮਾਤਾ, ਗੁਰਦੇਵ ਪਿਤਾ, ਤੇਰੇ ਘਰ ਵਿੱਚ ਭਾਈ ਇਹ ਛੋਟੇ ਰੱਬ ਦਾ ਰੂਪ ਰੱਬ ਬੈਠਾ ਹੋਇਆ, ਇਹਨਾਂ ਦੀ ਸੇਵਾ ਕਰ। ਇਹਨਾਂ ਦੀ ਸੇਵਾ ਵਿੱਚੋਂ ਤੈਨੂੰ ਉਹ ਵੱਡਾ ਪਰਮਾਤਮਾ ਵੀ ਮਿਲਦਾ ਹੈ, ਉਹ ਵੀ ਮਿਲ ਜਾਏਗਾ। ਜਿਹੜੇ ਲੋਕ ਮਰਨ ਤੋਂ ਬਾਅਦ ਮਾਪਿਆਂ ਦਾ ਖਿਆਲ, ਇੱਕ ਉਹ ਨੇ ਜਿਹੜੇ ਜਿਉਂਦੇ ਜੀ ਵੀ ਖਿਆਲ ਨਹੀਂ ਰੱਖਦੇ। ਜੇ ਕਿਸੇ ਰੱਬ ਨੂੰ ਪਾਉਣਾ ਚਾਹੁੰਦੇ ਹੋ, ਗੁਰੂ ਦੀ ਖੁਸ਼ੀ ਲੈਣੀ ਚਾਹੁੰਦੇ ਹੋ, ਅੱਜ ਇਹ ਬਚਨ ਪੱਲੇ ਬੰਨ ਕੇ ਜਾਇਓ। ਜਿਹੜੇ ਘਰ ਵਿੱਚ ਮਾਈ ਬਾਪ ਸਾਡੇ ਰੱਬ ਬੈਠੇ ਆ, ਪਹਿਲਾਂ ਉਹਨਾਂ ਦੀ ਸੇਵਾ ਕਰੀਏ, ਉਹਨਾਂ ਦਾ ਖਿਆਲ ਰੱਖੀਏ। ਉਹਨਾਂ ਨੂੰ ਕੀ ਚਾਹੀਦਾ, ਕਿਹੋ ਜਿਹੇ ਕੱਪੜੇ, ਕਿਹੋ ਜਿਹੀ ਖੁਰਾਕ, ਫੇਰ ਹੀ ਤੁਹਾਡੇ ਲੰਗਰ ਲਾਏ ਮਾਲੇ ਦਿੰਦੇ ਸਾਰਥਕ ਹੋਣਗੇ। ਜੇ ਉਹਨਾਂ ਨੂੰ ਅਸੀਂ ਕੁਛ ਨਹੀਂ ਪੁੱਛਦੇ, ਬਾਹਰ ਲੰਗਰ ਲਾਈਏ, ਗੁਰੂ ਸਾਹਿਬ ਕਹਿੰਦੇ ਚਤਰਾਈਆਂ ਨਾਲ ਨਹੀਂ, ਇਹ ਚਲਾਕੀਆਂ ਨਾਲ ਨਹੀਂ। ਪਹਿਲਾਂ ਆਪਣੇ ਘਰ ਵਿੱਚ ਬੈਠੇ ਮਾਪਿਆਂ ਦੀ ਸੇਵਾ ਕਰਕੇ ਆ, ਫੇਰ ਹੀ ਤੈਨੂੰ ਮੇਰੀ ਖੁਸ਼ੀ ਮਿਲਣੀ ਆ। ਜੇ ਉਹ ਮਾਪਿਆਂ ਨਾਲ ਤੇਰਾ ਰਿਸ਼ਤਾ ਟੁੱਟ ਗਿਆ, ਮੇਰੇ ਨਾਲ ਰਿਸ਼ਤਾ ਕਿਵੇਂ ਜੋੜ ਲੈਂਗਾ? ਨਹੀਂ ਹੋਣਾ ਇਹ। ਤਾਂ ਇਸ ਲਈ ਗਰੀਬ ਨਵਾਜ਼ ਕਹਿ ਰਿਹਾ, ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਨਾਲ ਚਿੱਤ ਜੋੜ ਲੈਂਦੇ ਆ ਭਾਈ, ਉਹਨਾਂ ਨੂੰ ਧਰਮਰਾਜ ਦਾ ਵੀ ਕੋਈ ਡਰ ਨਹੀਂ ਰਹਿੰਦਾ। ਉਹਨਾਂ ਨੂੰ ਧਰਮਰਾਜ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ। ਉਹ ਗੁਰੂ ਚਰਨਾਂ ਨਾਲ ਜੁੜ ਕੇ, ਕਿਉਂਕਿ ਉਹ ਤਾਂ ਕਹਿੰਦੇ ਨਾਨਕ ਜੀਓ ਪਾਏਗਾ ਲਿਖਨਾਵੇ ਧਰਮ ਬਹਾਲਿਆ। ਅਸਲ ਵਿੱਚ ਧਰਮ ਰਾਜਾ ਉਹ ਹੈ, ਧਰਮ ਤੇ ਰਾਏ, ਰਾਏ ਦਾ ਅਰਥ ਹੁੰਦਾ ਰਾਜਾ। ਅਸਲ ਵਿੱਚ ਸਾਡਾ ਰਾਜਾ ਤਾਂ ਧਰਮ ਹੈ। ਰਾਜੇ ਚੁਲੀ ਨਿਆਮ ਕੀ, ਇਨਸਾਫ ਕਰਨਾ ਧਰਮ ਦਾ ਕੰਮ ਹੁੰਦਾ ਹੈ। ਤੇ ਧਰਮ ਦਾ ਵਿੱਚ ਜਿਹੜਾ ਪਰਪੱਕ ਹੈ, ਮਰਿਆਦਾ ਵਿੱਚ, ਇਨਸਾਫ ਵਿੱਚ ਪਰਪੱਕ ਹੈ, ਉਹਨੂੰ ਕਿਸੇ ਹੋਰ ਧਰਮਰਾਜ ਦੀ ਲੋੜ ਨਹੀਂ। ਉਹਨੂੰ ਸਤਿਗੁਰੂ ਪਾਤਸ਼ਾਹ ਇੱਥੇ ਬਖਸ਼ ਦਿੰਦੇ ਨੇ, ਰਹਿਮਤਾਂ ਦੇ ਨਾਲ ਝੋਲੀਆਂ ਭਰ ਦਿੰਦੇ ਹਨ, ਜਨਮ ਮਰਨ ਕੱਟ ਦਿੰਦੇ ਹਨ, ਲੋਕ ਪਰਲੋਕ ਸੌਖਾ ਕਰਦੇ ਹਨ। ਤਾਂ ਇਸ ਲਈ ਸਾਡਾ ਗੁਰੂ ਨਾਨਕ ਸਾਹਿਬ ਸਮਰੱਥ ਹੈ, ਧੰਨ ਗੁਰੂ ਰਾਮਦਾਸ ਸਾਹਿਬ ਸਮਰੱਥ ਹਨ, ਜਿਨ੍ਹਾਂ ਦੇ ਚਰਨਾਂ ਨਾਲ ਜੁੜਿਆ ਨਾ ਧਰਮਰਾਜ ਦਾ ਡਰ ਰਹਿੰਦਾ, ਨਾ ਜ਼ਿੰਦਗੀ 'ਚ ਭਟਕਣਾ ਰਹਿੰਦੀ ਆ, ਮਨ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ। ਔਰ ਇਸ ਅਸੀਂ ਜੀਵਨ ਜ਼ਿੰਦਗੀ 'ਚ
ਜਪਦਿਆਂ ਇਹ ਲੋਕ ਸੁਖੀਏ ਪਰਲੋਕ ਸਵੇਲੇ ਨਾਲ ਕਰ ਪ੍ਰਭ ਆਪੇ ਮੇਲੇ ਦੇ ਭਾਗੀ ਬਣ ਸਕਦੇ ਆ। ਇੰਨੀਆਂ ਬੇਨਤੀਆਂ ਪ੍ਰਵਾਨ ਉਪਦੇਸ਼ ਗੁਰੂ ਦਾ ਹੈ, ਗੁਰੂ ਦਾ ਜਾਣ ਕੇ ਹਿਰਦਿਆਂ 'ਚ ਵਸਾਇਓ, ਮੇਰੀਆਂ ਭੁੱਲਾਂ ਨਾ ਚਤਾਰਿਓ। ਸੰਗਤ ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਕਿਰਪਾ ਸੀਸ ਬਖਸ਼ ਕੇ ਸੇਵਾ ਲੈਂਦੇ ਨੇ। ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ ਤਮਾਮ ਭੁੱਲਾਂ ਚੁੱਕਾਂ ਦੀ ਖਿਮਾ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰਕੇ ਸਮਾਪਤੀ ਕਰੀਏ ਜੀ। ਮਥੁਰਾ ਭਾਨ ਭਾਗ ਭਲੇ ਉਨਕੇ, ਮਨ ਇਛਤ ਹੀ ਫਲ ਪਾਵਤ ਹੈ। ਰਵ ਕੀ ਸੁਤ ਕੋ ਤਿਨ ਤਰਾਸ ਕਹਾ, ਜੋ ਚਰਨ ਗੁਰੂ ਚਿਤ ਲਾਵਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਆਗਿਆ ਨਹੀਂ ਕਰਦੇ ਰਹਿ। ਸਦਾ ਸਿਧ ਸਲਾਹ ਤੇਰੇ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ। ਸਾਚਾ ਨਾਮ ਮੇਰਾ ਆਧਾਰ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ।